ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਅੱਜ ਦਾ ਹਿਸਟਰੀ ਦੇ ਵਿੱਚ 10 ਤਰੀਕ ਦਾ ਜਿਹੜਾ ਦਿਨ ਹੈ ਤੁਸੀਂ ਕੱਲ ਦੱਸਿਆ ਸੀਗਾ, ਤੇ ਅੱਜ ਦਾ ਜੇਕਰ 11 ਤਰੀਕ ਦਾ ਦਿਨ ਤੁਸੀਂ ਦੇਖਣਾ ਤਾਂ ਉਹ ਵੀ ਇਤਿਹਾਸ ਦੇ ਪੰਨਿਆਂ ਦੇ ਵਿੱਚ ਬਹੁਤ ਵੱਡਾ ਤੇ ਅਹਿਮ ਦਿਨ। ਤੁਸੀਂ ਵੀ ਸ਼ਾਇਦ ਦੱਸੋ ਤੇ ਮੈਂ ਵੀ ਦੱਸਾਂ, ਪਰ ਤੁਹਾਡੇ ਕੋਲੋਂ ਅੱਜ ਦਾ ਪਹਿਲਾ ਇਤਿਹਾਸ ਦਾ ਦਿਨ ਜਾਣਦੇ ਹਾਂ, ਫਿਰ ਆਪਾਂ ਅੱਗੇ ਵਧਦੇ। बड़ा अहम दिन जकरिया खान ने ਸਿੰਘਾਂ ਦੇ ਚਰਨ ਮਿਲ ਪਾਤੇ ਸੀਗੇ। ਮੱਸੇ ਰੰਗੜ ਵਰਗੇ ਬੰਦੇ ਉੱਠ ਖੜੇ ਸੀਗੇ ਤੇ ਮੱਸੇ ਰੰਗੜ ਦਰਬਾਰ ਸਾਹਿਬ ਤੇ ਕਬਜ਼ਾ ਕਰ ਲਿਆ। ਕੰਜਰਾਂ ਚਾਉਣ ਲੱਗ ਕੇ ਬੜਾ ਗਲਤ ਕੰਮ ਕਰਨ ਲੱਗ ਪਿਆ ਤੇ ਫਿਰ ਸਿੰਘਾਂ ਦਾ ਪਤਾ ਲੱਗਾ ਸਿੰਘਾਂ ਨੂੰ, ਤੇ ਬਲਾਕਾ ਸਿੰਘ ਨੇ ਕਿਹਾ ਵੀ ਇਹ ਬਲਾਕਾ ਸਿੰਘ ਨੇ ਜਾ ਕੇ ਦੱਸਿਆ ਸਿੰਘਾਂ ਨੂੰ ਕਿ ਇਸ ਤਰ੍ਹਾਂ ਕੰਮ ਹੋ ਰਿਹਾ, ਤੇ ਫਿਰ ਸਿੰਘਾਂ ਨੇ ਫੈਸਲਾ ਕੀਤਾ ਵੀ ਹੁਣ ਇਹਨੂੰ ਸੁਧਣਾ ਚਾਹੀਦਾ। ਤੇ ਫਿਰ ਉੱਥੇ ਸੁੱਕਾ ਸਿੰਘ ਤੇ ਮਹਿਤਾਬ ਸਿੰਘ ਗਏ ਸੀ ਚਾਵਲਾ ਸਾਹਿਬ, ਦੋਵਾਂ ਨੇ ਉਹਦਾ ਸਿਰ ਵੱਢਿਆ ਸੀਗਾ। ਅੱਜ ਦੇ ਦਿਨ ਉਹਨੂੰ ਕਤਲ ਕੀਤਾ ਸੀ 11 ਅਗਸਤ 1740 ਨੂੰ। ਤਕਨੀਕ ਵੇਖੋ ਕਿੰਨੀ ਵਰਤੀ ਸੀ, ਤਕਨੀਕ ਬੜੀ ਵੱਡੀ ਸੀ। ਤੁਸੀਂ ਜਿਸ ਮਹਾਨ ਬਾਬੇ ਦੀ ਗੱਲ ਕੀਤੀ ਹੈ, ਬਾਬਾ ਬਲਾਕਾ ਸਿੰਘ ਜੀ, ਹਾਂਜੀ, ਔਰ ਇਹ ਇਤਿਹਾਸ ਦੇ ਵਿੱਚ ਬੜੀ ਵੱਡੀ ਸਟੋਰੀ ਕਈ ਵਾਰੀ ਦਰਜ ਕੀਤੀ, ਮੈਂ ਸੁਣਾਈ ਵੀ ਹੈ। ਸ਼ਾਇਦ ਗੋਲਵਾੜ ਦਾ ਪਿੰਡ ਸੀਗਾ ਇਹ, ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰਨ ਗਿਆ ਸੀਗਾ ਤੇ ਉੱਥੇ ਜਦੋਂ ਵੇਖਿਆ ਵੀ ਕੰਜਰੀਆਂ ਨਚਾ ਰਿਹਾ ਹੈ ਮੱਸਾ ਰੰਗੜ, ਇਹ ਨਸ਼ੇ ਦੇ ਵਿੱਚ ਚੂਰ ਹੈ, ਉਹ ਸਿੱਖ ਸੀ, ਗੁਰੂ ਦਾ ਮਨ ਭਰ ਆਇਆ। ਉਹਨੇ ਵਿਉਂਤ ਲਈ ਵੀ ਮੈਂ ਇੱਥੇ ਕੱਲਾ ਜੇਕਰ ਸਿਰ ਅੜਾ ਕੇ ਬਹਿ ਗਿਆ ਤਾਂ ਮੈਂ ਕੱਲਾ, ਇੱਕ ਤੇ 2 11 ਹੁੰਦੇ। ਉਹ ਗਿਆ ਫਿਰ ਉੱਥੇ ਬੀਕਾਨੇਰ ਜੀ, ਉੱਥੇ ਬੈਠੇ ਸੀ ਸਿੰਘ ਬਾਬਾ ਜੀ, ਉਹਨਾਂ ਨੇ ਕਿਹਾ ਉਹ ਵੀ ਪਤਾ ਲੱਗਾ ਕਿੱਥੋਂ ਆਏ ਹੋ। ਹਾਂਜੀ, ਇਹ ਬਲਾਕਾ ਸਿੰਘ ਉੱਥੇ ਫਿਰ ਜਦੋਂ ਪਹੁੰਚਿਆ ਤਾਂ ਉਹਨਾਂ ਨੇ ਕਿਹਾ ਜੀ ਮੈਂ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ, ਸ੍ਰੀ ਦਰਬਾਰ ਸਾਹਿਬ। ਕਹਿੰਦਾ ਤੇਰੇ ਚਰਨ ਛੂਈਏ, ਕਹਿੰਦਾ ਵੀ ਚਰਨ ਛੂਹਣ ਵਾਲੇ ਨਹੀਂ ਰਹਿ ਗਏ ਬਾਬਾ ਜੀ, ਇਹ ਅਪਵਿੱਤਰ ਨੇ। ਫਿਰ ਉੱਥੋਂ ਜਦੋਂ ਭੇਸ ਬਦਲਾ ਕੇ ਆਏ ਨੇ, ਜਿਵੇਂ ਵਪਾਰੀ ਬਣੇ ਨੇ, ਜਿਵੇਂ ਠੀਕਰੀਆਂ ਸੁੱਟੀਆਂ ਨੇ, ਬੜੀ ਵੱਡੀ ਕਹਾਣੀ। ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਸ਼ਾਮ ਨੂੰ ਕਿਤੇ ਜੋਗਾ ਸਿੰਘ ਜੋਗੀ ਹੁਣਾਂ ਦੀ ਵਾਰ ਲੱਭ ਕੇ ਮੈਂ ਸੁਣਾਊਂਗਾ। ਐਨ ਤਸਵੀਰ ਸਾਹਮਣੇ ਲਿਆ ਕੇ ਰੱਖ ਦਿੰਦੇ ਨੇ ਬਾਬਾ ਬਲਾਕਾ ਸਿੰਘ ਹੁਣਾਂ ਦੀ, ਕਿ ਕਿਵੇਂ ਉਹ ਪਹੁੰਚੇ, ਸਿੰਘਾਂ ਨੇ ਕਿਵੇਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਗਾਟੇ ਵਾਂਗੂ ਸਿਰ ਲਾਇਆ ਮੱਸੇ ਕੰਜਰ ਦਾ, ਰੰਗੜ ਦਾ, ਤੇ ਉਹ ਫਿਰ ਲੈ ਕੇ ਕਿਤੇ ਖਿੱਦੋ ਖੁੰਡੀ ਖੇਡੀ ਉੱਥੇ ਜਾ ਕੇ। ਹਾਂਜੀ, ਭਾਵਾਂ ਕਿ ਉਸ ਵਕਤ ਸਖਤਾ ਸਖਤੇ ਨੂੰ ਮਾਰੇ। ਉਸ ਵਕਤ ਕਾਨੂੰਨ ਇਹੀ ਸੀ, ਜਿਹਦਾ ਦਾ ਲੱਗਦਾ ਸੀ ਉਹ ਉਵੇਂ ਹੀ ਕਰਦਾ ਸੀ, ਚਾਹੇ ਉਹ ਕਿਸੇ ਵੀ ਸੂਬੇ ਦੇ ਵਿੱਚ ਸੀ। ਪਰ ਅੱਜ ਵੇਖਣ ਸੁਣਨ ਨੂੰ ਬੜੀਆਂ ਹੋਰ ਤਰ੍ਹਾਂ ਦੀਆਂ ਲੱਗਦੀਆਂ ਨੇ, ਪਰ ਉਸ ਵਕਤ ਜਿਹਦਾ ਦਾ ਲੱਗਦਾ ਸੀ ਉਹ ਇਸ ਤਰੀਕੇ ਦੇ ਨਾਲ ਹੀ ਕਹਾਣੀ ਜਿਹੜੀ ਸੀ ਉਹ ਬਣਾਉਂਦਾ ਸੀ। ਭਾਵੇਂ ਜੇ ਜ਼ਕਰੀਆ ਖਾਨ ਨੇ ਵੇਖੋ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ, ਫੜ ਕੇ ਲਿਆਉਣ ਵਾਲੇ ਨੂੰ, ਦੱਸਣ ਵਾਲੇ ਨੂੰ, ਸੂਹ ਦੇਣ ਵਾਲੇ ਨੂੰ, ਸਿਰ ਲੈ ਕੇ ਆਉਣ ਵਾਲੇ ਨੂੰ, ਔਰ ਕਿਵੇਂ ਉਹ ਇਨਾਮਾਂ ਦਿੰਦਾ ਸੀ। ਤੇ ਫਿਰ ਉੱਥੇ ਇਹ ਮੱਸਾ ਰੰਗੜ ਦਰਬਾਰ ਸਾਹਿਬ ਦੇ ਵਿੱਚ ਚੌਂਕੀ ਡਾ ਕੇ, ਜਿੱਥੇ ਅੱਜ ਥੜਾ ਸਾਹਿਬ ਹੈ, ਉੱਥੇ ਕਿਤੇ ਹੁੱਕਾ ਪੀਂਦਾ ਸੀ, ਸ਼ਰਾਬਾਂ ਪੀਂਦਾ ਸੀ, ਕੰਜਰੀਆਂ ਨਚਾਉਂਦਾ ਸੀ। ਫਿਰ ਜਿਵੇਂ ਲਾਚੀ ਬੇਰਨਾ ਆ ਕੇ ਸਿੰਘਾਂ ਨੇ ਘੋੜੇ ਬੰਨ੍ਹ ਕੇ ਜਿਵੇਂ ਵਪਾਰੀ ਬਣ ਕੇ ਗਏ ਨੇ, ਉਹ ਆਪਣੇ ਆਪ ਦੇ ਵਿੱਚ ਇੱਕ ਤਕਨੀਕ ਸੀ। ਵੇਖੋ ਕਿੰਨੀ ਵਿਉਂਤ ਬਣਾਈ ਤੇ ਕਿਵੇਂ ਉਸ ਪਾਪੀ ਨੂੰ, ਕੱਲ ਤੁਸੀਂ ਲਫ਼ਜ਼ ਵਰਤਿਆ ਸੀ, ਸੋਧਾ ਲਾਇਆ ਇਤਿਹਾਸ। ਸੋ ਆਪਾਂ ਅੱਗੇ ਵੱਧਦੇ ਹਾਂ ਫਿਰ ਵੌਇਸ ਆਫ ਸਿਟੀ 1320 ਅੱਗੇ ਚਲੋ। 2 ਘਟਨਾਵਾਂ ਹੋਰ ਨੇ ਜੀ। ਦਰਬਾਰ ਸਾਹਿਬ ਦੀ ਨਹੀਂ ਰੱਖੀ ਸੀਗੀ ਸਾਈ ਮਿਆਨੀ ਨੇ, ਤੇ ਉਹਨਾਂ ਦਾ ਅੱਜ ਇੰਤਕਾਲ ਹੋਇਆ ਸੀ 11 ਅਗਸਤ 1635 ਨੂੰ। ਅੱਜ ਦੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਗੱਦੀ ਸੰਭਾਲੀ ਸੀਗੀ 11 ਅਗਸਤ 1664 ਨੂੰ। ਇੱਕ ਹੋਰ ਘਟਨਾ ਹੈਗੀ ਹੈ 11 ਅਗਸਤ 1984 ਦੀ। ਬੂਟਾ ਸਿੰਘ ਸੰਤਾ ਸਿੰਘ ਨੇ ਇੰਦਰਾ ਗਾਂਧੀ ਦੇ ਇਸ਼ਾਰੇ ਤੇ ਸਰਕਾਰੀ ਸਰਬੱਤ ਖਾਲਸਾ ਦਾ ਕੱਟ ਕੀਤਾ ਸੀ, ਜਿਸ ਦੀ ਸਾਰੀ ਹਾਜ਼ਰੀ CID ਪੁਲਿਸ ਫੌਜ ਤੇ ਗੈਰ ਸਿੱਖਾਂ ਦੀ ਸੀਗੀ। ਇਹ ਇੰਦਰਾ ਗਾਂਧੀ ਦੀ ਸੋਚ ਸੀ ਕਿ ਤੁਸੀਂ ਇਕੱਠੇ ਕਰੋ, ਸਰਬੱਤ ਖਾਲਸਾ ਬੁਲਾਓ। ਤੇ ਸੰਤਾ ਸਿੰਘ ਤੇ ਬੂਟਾ ਸਿੰਘ ਨਾ ਜਿਹੜੇ ਕਿਤੇ ਚਲੋ ਸਭ ਕੌਣ ਬੰਦੇ ਨੇ। ਸਾਰੀ ਉਮਰ ਕਹਿੰਦਾ ਰਿਹਾ ਮੈਂ ਜਥੇਦਾਰ ਹਾਂ ਕੌਮ ਦਾ, ਮੁੜ ਕੇ ਫਿਰ ਆ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਫਿਰ ਨਤਮਸਤਕ ਹੋ ਗਿਆ ਕਿ ਮੈਂ ਬੇਦਾਵੀਆ ਬਣ ਕੇ ਨਹੀਂ ਜਾਣਾ, ਮੈਂ ਗੁਰੂ ਤੋਂ ਜਿਹੜਾ ਘਰ ਚੋਂ ਕੱਢਿਆ ਹੋਇਆ ਨਹੀਂ ਜਾਣਾ। ਉੱਤੇ ਜਾ ਕੇ ਕੀ ਧਰਮ ਰਾਏ ਜਬ ਲੇਖਾ ਮੰਗੇ ਕਿਆ ਮੁੱਖ ਲੈ ਕੇ ਜਾਏਗਾ, ਫਿਰ ਮੈਂ ਕਿਹੜਾ ਮੂੰਹ ਲੈ ਕੇ ਜਾਊਂਗਾ ਉੱਤੇ ਵੀ ਮੈਂ ਸਾਰੀ ਉਮਰ ਤੱਕ ਖਾਧਾ ਕੌਮ ਦਾ। ਹਾਂਜੀ, ਤੇ ਜਿਹਦੇ ਇਸ਼ਾਰੇ ਤੇ ਮੈਂ ਕੀਤਾ ਸੀ ਉਹ ਵੀ ਤੁਰ ਗਈ ਤੇ ਮੈਂ ਵੀ ਤੁਰ ਜਾਣਾ। ਸਾਰੀ ਉਮਰ ਆਡਾ ਲਾ ਛੱਡਿਆ ਅਕਾਲ ਤਖਤ ਸਾਹਿਬ ਨਾਲ, ਮੁੜ ਕੇ ਆਖਰੀ ਸਾਹਾਂ ਤੇ ਉੱਥੇ ਆ ਕੇ
ਨਤਮਸਤਕ ਹੋਇਆ। ਖੈਰ ਆਓ ਵੌਇਸ ਆਫ ਸਿਟੀ 1320 AM ਤੇ ਅੱਗੇ ਵਧਦੇ ਹਾਂ। ਅਮਰਿੰਦਰ ਦੀ ਸਿਆਸਤ ਜਾਂ ਦਰਿਆਦਲੀ ਅਮਿਤ ਸ਼ਾਹ ਨੂੰ ਮਿਲੇ ਤੇ ਕਿਸਾਨਾਂ ਨੂੰ ਸਰਹੱਦੋਂ ਪਾਰ ਤੋਂ ਭੜਕਾਏ ਜਾਣ ਦੇ ਸ਼ੰਕੇ ਜ਼ਾਹਰ ਕੀਤੇ ਨੇ, ਔਰ ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ, ਇਹ ਨਾ ਦੋ ਗੱਲਾਂ ਨੇ ਇਹਦੇ ਵਿੱਚ। ਕੈਪਟਨ ਅਮਰਿੰਦਰ ਸਿੰਘ ਅਮਿਤ ਸ਼ਾਹ ਨੂੰ ਮਿਲੇ ਨੇ, ਅੱਜ ਮੋਦੀ ਜੀ ਮਿਲਣਗੇ। ਉਹ ਭਾਜਪਾ ਦੇ ਮੰਤਰੀਆਂ ਨੂੰ ਮਿਲਣ ਦਾ ਪਹਿਲਾਂ ਨੂੰ ਵਿਚਾਰ ਸੀ। ਪਹਿਲਾਂ ਮਿਲੇ ਸੋਨੀਆ ਗਾਂਧੀ ਨੂੰ। ਸੋਨੀਆ ਗਾਂਧੀ ਦੇ ਨਾਲ ਜਿਹੜਾ ਕਿ 18 ਨੂੰ 31 ਪ੍ਰੋਗਰਾਮ ਸੀ ਦਿੱਤਾ ਹੋਇਆ, ਉਸ ਤੇ ਗੱਲ ਕੀਤੀ ਗਈ। 5 ਮੰਤਰੀਆਂ ਨੇ ਜਿਹੜੇ ਨਾਰਾਜ਼ ਚੱਲ ਰਹੇ ਨੇ ਕੈਪਟਨ ਨੂੰ, ਉਹਨਾਂ ਚਿੱਠੀ ਲਿਖੀ ਆ ਸੋਨੀਆ ਗਾਂਧੀ ਨੂੰ ਕਿ ਇਹ ਜਿਹੜਾ ਹੈਗਾ ਇਹਨੇ ਕੋਈ ਕੰਮ ਨਹੀਂ ਕੀਤਾ ਅਮਰਿੰਦਰ ਨੇ, ਕਿਸੇ ਵੀ 18 ਮੁੱਦਿਆਂ ਤੇ ਕੋਈ ਗੱਲ ਨਹੀਂ ਕੀਤੀ ਅਜੇ ਤੱਕ ਇਹਨੇ। ਤੇ ਉੱਥੇ ਸੀ ਤਮੰਨਾ ਕਿ ਮੰਤਰੀ ਮੰਡਲ ਦੇ ਵਿੱਚ ਥੋੜਾ ਫੇਰਬਦਲ ਕਰ ਦਈਏ, ਪਰ ਸੋਨੀਆ ਗਾਂਧੀ ਨੇ ਕੋਈ ਹੱਥ ਨਹੀਂ ਫੜਾਇਆ ਉਹਦਾ, ਤੇ ਮੰਤਰੀ ਮੰਡਲ ਵਿੱਚ ਫੇਰਬਦਲ ਨਹੀਂ ਕਰਿਆ। ਤੇ ਫਿਰ ਉਹ ਮਿਲੇ ਅਮਿਤ ਸ਼ਾਹ ਨੂੰ। ਅਮਿਤ ਸ਼ਾਹ ਨਾਲ ਵੀ ਕਾਫੀ ਗੱਲਾਂ ਬਾਤਾਂ ਹੋਈਆਂ, ਜਿਵੇਂ ਕਿ ਮੀਡੀਆ ਵਿੱਚ ਇਹ ਆਇਆ ਕਿ ਪਾਕਿਸਤਾਨ ਵੱਲੋਂ ਨਾਲ ਤਰੀਕੇ ਨਾਲ ਕੋਈ ਚੀਜ਼ ਪੇਸ਼ ਹੋ ਸਕਦੀ ਆ, ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਉੱਧਰੋਂ, ਤੇ ਹੋਰ ਵੀ ਗਲਤ ਕੰਮ ਹੋ ਸਕਦਾ। 25 ਕੰਪਨੀਆਂ ਤੁਸੀਂ ਮੈਨੂੰ ਦਿਓ ਪੰਜਾਬ ਵਾਸਤੇ ਤਾਂ ਕਿ ਸੰਭਾਲਿਆ ਜਾ ਸਕੇ। ਜਿਹੜੇ ਐਂਟੀ ਡਰੋਨ ਜਿਹੜੇ ਉਪਕਰਨ ਹੁੰਦੇ ਆ, ਜੋ ਐਂਟੀ ਡਰੋਨ ਜਿਹੜੇ ਸਿਸਟਮ ਹੁੰਦੇ ਆ, ਉਹ ਸਾਡੇ ਹਵਾਲੇ ਕਰੋ ਤਾਂ ਕਿ ਅਸੀਂ ਇੱਥੇ ਡਰੋਨ ਆ ਰਹੇ ਨੇ। ਡਰੋਨ ਕੱਲ੍ਹ ਨਜ਼ਰ ਆਏ ਨੇ ਕਈ ਥਾਵਾਂ ਤੇ ਕੋਈ ਸਮੱਗਰੀ ਮਿਲੀ ਹੈ ਚਾਵਲਾ ਸਾਹਿਬ, ਤੇ ਖੁੱਲ੍ਹ ਏਜੰਸੀਆਂ ਵੱਲੋਂ ਵੀ ਕਹਿੰਦੇ ਅਸਰ ਕੀਤਾ ਹੈਗਾ ਵੀ ਏਦਾਂ ਦਾ ਕੰਮ ਪਾਕਿਸਤਾਨ ਵੱਲੋਂ ਹੋ ਸਕਦਾ, ਪਰ ਕਿਸਾਨਾਂ ਨਾਲ ਹੋ ਸਕਦਾ ਇਹ ਕਿਸੇ ਨੇ ਦੱਸਿਆ ਨਹੀਂ ਗਾ ਵੀ ਕਿਸਾਨ ਕਰ ਸਕਦੇ ਆ, ਕਿਸਾਨ ਗਲਤ ਕੰਮ ਕਰ ਸਕਦੇ ਆ, ਇਹ ਨਹੀਂ ਕਿਸੇ ਨੇ ਦੱਸਿਆ ਗਿਆ। ਪਤਾ ਨਹੀਂ ਕਿਸਾਨਾਂ ਦੀ ਗੱਲ ਕਿਉਂ ਕਰ ਰਹੇ ਨੇ ਕੈਪਟਨ ਸਾਹਿਬ, ਵੀ ਕਿਸਾਨ ਭੜਕ ਰਹੇ ਨੇ, ਉਹਨਾਂ ਨੂੰ ਭੜਕਾਇਆ ਜਾ ਰਿਹਾ ਤੇ ਉਹ ਕੋਈ ਵੀ ਗੱਲ ਕਰ ਸਕਦੇ ਨੇ। ਇਹਦੇ ਪਿੱਛੇ ਕੀ ਰਾਜ ਹੈਗਾ? ਕੀ ਉਹ ਇਹ ਗੱਲ ਕਹਿ ਕੇ ਭਾਜਪਾ ਦੀ ਸ਼ਾਬਾਸ਼ੀ ਲੈਣਾ ਚਾਹੁੰਦੇ ਆ ਕਿਸਾਨਾਂ ਦੇ ਵਿਰੁੱਧ ਗੱਲ ਕਰਕੇ ਕੇਂਦਰ ਸਰਕਾਰ ਦੀ? ਕੀ ਕੈਪਟਨ ਅਮਰਿੰਦਰ ਸਿੰਘ ਇਹ ਗੱਲ ਕਰਕੇ ਪੰਜਾਬ ਦੇ ਵਿੱਚ ਪੰਜਾਬ ਦਾ ਜਿਹੜਾ ਕਿ ਮਾਹੌਲ ਹੈਗਾ ਉਸ ਨੂੰ ਮਾਹੌਲ ਨੂੰ ਹੋਰ ਟੈਚ ਕਰਨਾ ਚਾਹੁੰਦੇ ਆ? ਕਿ ਕਿਸਾਨ ਕਿੱਦਾਂ ਭੜਕ ਸਕਦੇ ਆ? ਕਿਸਾਨ ਤਾਂ ਆਪਣੇ ਹੱਕਾਂ ਵਾਸਤੇ ਬੈਠੇ ਨੇ। ਭਾਵੇਂ ਕੈਪਟਨ ਨੇ ਵੀ ਗੱਲ ਆਖੀ ਆ ਕਿ ਖੇਤੀ ਕਾਨੂੰਨ ਵਾਪਸ, ਇਹ ਗੱਲ ਅਮਿਤ ਸ਼ਾਹ ਨੂੰ ਆਖੀ ਆ, ਤੇ ਪਰ ਇਹ ਸਮਝ ਤੋਂ ਬਾਹਰ ਗੱਲ ਵੀ ਕਿਸਾਨ ਕਿੱਦਾਂ ਭੜਕ ਸਕਦੇ ਆ। ਨਾ ਕਿਸਾਨ ਪਹਿਲਾਂ ਭੜਕੇ ਸੀ, ਨਾ ਕਿਸਾਨ ਹੁਣ ਭੜਕਣਗੇ। ਤੇ ਕੈਪਟਨ ਸਾਹਿਬ ਕਿਸਾਨਾਂ ਦੇ ਉੱਪਰ ਚਲਾ ਕੇ ਵੀ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਗਲਤ ਤਰੀਕੇ ਨਾਲ ਬਾਹਰਲੇ ਮੁਲਕ ਵੱਲੋਂ। ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈਗੀ ਆ। ਕਿੱਥੋਂ ਪਤਾ ਲੱਗਿਆ ਕੈਪਟਨ ਸਾਹਿਬ ਨੂੰ ਕਿ ਕੋਈ ਦੇਖੋ ਇਹਦਾ ਹੈਗੀ ਗੱਲ ਵੀ ਬਾਹਰਲੇ ਮੁਲਕ ਤੋਂ ਪਾਕਿਸਤਾਨ ਤੋਂ ਥ੍ਰੈਡਸ ਹੈਗੀਆਂ ਨੇ, ਉਧਰੋਂ ਪ੍ਰੋਬਲਮ ਆ ਰਹੀਆਂ ਨੇ, ਦਬਤ ਵਾਕੇ ਵੀ ਕੀਤੇ ਜਾ ਰਹੇ ਨੇ ਜੰਮੂ ਕਸ਼ਮੀਰ ਦੇ ਵਿੱਚ। ਜਿਹੜੇ ਡਰੋਨ ਹਮਲੇ ਹੋ ਰਹੇ ਨੇ, ਪਾਕਿਸਤਾਨ ਦੀ ਜਿਹੜੀ ਹੈ ਕਹਿੰਦੇ ਕਿ ਸਾਜ਼ਿਸ਼ ਹੈ, ਇਹਦੀ ਕਰਾਂਗੇ ਗੱਲ। ਪਰੰਤੂ ਇੱਕ ਰਿਪੋਰਟ ਮੈਂ ਪੜ੍ਹ ਕੇ ਰਿਹਾ ਹੁਣੇ ਹੀ ਤੁਹਾਡੇ ਆਉਣ ਤੋਂ ਪਹਿਲਾਂ, ਉਹ ਕਾਫੀ ਅਹਿਮ ਮੰਨੀ ਜਾਂਦੀ ਹੈ ਵੈਸੇ ਤਾਂ। ਉਹਦੇ ਵਿੱਚ ਇੱਕ ਰਿਪੋਰਟ ਦੇ ਵਿੱਚ ਇਹ ਹੁਣ ਸਾਹਮਣੇ ਹੋ ਰਿਹਾ ਹੈ ਕਿ ਨਾਸਾ ਦੀ ਜਿਹੜੀ ਰਿਪੋਰਟ ਹੈ, UN ਪ੍ਰਮੁੱਖ ਦੀ ਜਲਵਾਯੂ ਦੇ ਤਬਦੀਲੀ ਤੇ ਚੇਤਾਵਨੀ ਹੈ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਬਹੁਤ ਜਿਹੜਾ ਹੈ ਗਰਮ ਹੋਣ ਵਾਲਾ ਹੈ। ਉਹਨਾਂ ਨੇ ਬਹੁਤ ਵੱਡੀ ਤਾਦਾਦ ਦੇ ਵਿੱਚ ਚੇਤਾਵਨੀ ਦੇ ਵਿੱਚ ਬਹੁਤ ਸਾਰੇ ਤੱਥ ਰੱਖੇ ਨੇ। ਮੈਂ ਪੂਰਾ ਆਰਟੀਕਲ ਸੁਣਾਇਆ, ਅੱਜ ਦਾ ਇਹ ਸੈਗਮੈਂਟ ਸੀਗਾ। ਨਾਸਾ ਦੀ ਰਿਪੋਰਟ ਨੇ ਇੱਕ ਜਿਹੜੀ ਅਹਿਮ ਰਿਪੋਰਟ ਆਈ, ਉਹਦੇ 'ਚ ਭਾਰਤ ਦਾ ਸਾਡੇ ਦਾ ਜ਼ਿਕਰ ਆਉਂਦਾ ਹੈ। ਭਾਰਤ ਡਰਾਇਆ, ਤਾਪਮਾਨ ਵੱਧ ਰਿਹਾ ਹੈ, ਕੋਈ ਦੋ ਰਾਵਾ ਨਹੀਂ। ਗਲੇਸ਼ੀਅਰ ਪਿਘਲਣਗੇ ਕਿਉਂਕਿ ਅੱਗ ਦੇ ਲਾਗੇ ਬਰਫ਼ ਨਹੀਂ ਰਹਿ ਸਕਦੀ। ਤੇ ਭਾਰਤ ਦੇ ਪਤਾ ਲੱਗਾ ਕਿ 12 ਦੇ ਕਰੀਬ ਸ਼ਹਿਰ ਜਿਹੜੇ ਨੇ ਉਹ 3 ਫੁੱਟ ਤੱਕ ਡੁੱਬਣ ਦੀ ਜਿਹੜੀ ਹੈ ਇਸ ਦੇ ਵਿੱਚ ਉਹਨੇ ਜਿਹੜੀ ਹੈ ਖਾਸ ਤੌਰ 'ਤੇ ਰਿਪੋਰਟ ਦੇ ਵਿੱਚ ਜਿਹੜਾ ਜ਼ਿਕਰ ਕੀਤਾ ਹੈ। ਆਪਾਂ ਪਹਿਲਾਂ ਇਹਦਾ ਜ਼ਿਕਰ ਕਰੀਏ ਕਿ 12 ਦੇ ਕਰੀਬ ਵੱਡੇ ਸ਼ਹਿਰ ਨੇ ਜਿਹੜੇ, ਉਹ ਕਿਹੜੇ ਨਾਂ ਜ਼ਿਕਰ ਕੀਤਾ, ਸ਼ਾਇਦ ਨਹੀਂ ਕੀਤਾ ਹੋਵੇਗਾ, ਪਰ ਨਾਸਾ ਦੀ ਰਿਪੋਰਟ ਨੇ ਜਿਹੜਾ ਭਾਰਤ ਦਾ ਇਸ ਵਕਤ ਦਾ ਜਿਹੜਾ ਇਕੱਲਾ ਭਾਰਤ ਹੀ ਨਹੀਂ ਹੋਊਗਾ, ਕਿਉਂਕਿ ਉਹਦੇ ਨਾਲ ਪਾਕਿਸਤਾਨ ਵੀ ਹੈ, ਉਹਦੇ ਨਾਲ ਬੰਗਲਾਦੇਸ਼ ਵੀ ਹੈ, ਉਹਦੇ ਨਾਲ ਸ੍ਰੀਲੰਕਾ ਵੀ ਵੱਧਦਾ, ਉਹਦੇ ਨਾਲ ਚਾਈਨਾ ਹੀ ਆ। ਕੋਈ ਇਕੱਲਾ ਭਾਰਤ ਨਹੀਂ ਹੋ ਸਕਦਾ, ਕਿਉਂਕਿ ਆਸੇ ਪਾਸੇ ਗਲੇਸ਼ੀਅਰ ਨੇ ਥੋੜ੍ਹੀ ਕਿਸੇ ਦਾ ਭਾਰਤ ਨੂੰ ਅਟੈਕ ਕਰਨਾ। ਪਰ ਤੁਹਾਡਾ ਕੀ ਨਜ਼ਰੀਆ, ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਦੇਖੋ ਇਹ ਚਿੰਤਾਜਨਕ ਰਿਪੋਰਟ ਹੈਗੀ ਆ। ਭਾਵੇਂ ਕਿ ਉਹਨਾਂ ਨੇ ਕਿਹਾ ਕਿ 2100 ਤੱਕ ਇਹ ਬਹੁਤ ਨੁਕਸਾਨਦਾਇਕ ਹੋਏਗਾ। ਜਿਹੜੀ ਹੁਣ 2000 ਚੱਲ ਰਿਹਾ, 2100 ਤੱਕ ਬਹੁਤ ਨੁਕਸਾਨ ਹੋ ਸਕਦਾ। ਇਹ ਭਾਰਤ ਦੇ ਜਿਹੜੇ ਸ਼ਹਿਰ ਹੈਗੇ ਆ, ਉਹਦੇ ਵਿੱਚ ਕੰਡਲਾ ਹੈਗਾ, ਔਖਾ ਹੈਗਾ, ਮੁੰਬਈ ਹੈਗੀ ਆ, ਤੇ ਮੋਰਗਾਉਂ ਹੈਗਾ, ਭਾਵਨਗਰ ਹੈਗਾ, ਬੰਗਲੌਰ ਹੈਗਾ, ਕੋਚੀ, ਕਿਰਨਾਪੁਰ, ਪਾਰਾਦੀਪ, ਵਿਸ਼ਾਖਾਪਟਨਮ, ਚੇਨਈ, ਤੁਤੀਕੋਰਨ, ਇਹ 12 ਦੇ ਕਰੀਬ शहर बड़े शहर ने, महानगर ने। चेन्नई को माड़ा नहीं, कोची माड़ा नहीं, मुंबई को छोटा शहर नहीं है,
ਤੇ ਇਹ ਬਹੁਤ ਵੱਡੇ ਵਿਸ਼ਾਖਾਪਟਨਮ ਬਹੁਤ ਬੜਾ ਸ਼ਹਿਰ ਆ। ਇਹਨਾਂ ਨੂੰ ਕਿਹਾ ਕਿ 3 ਫੁੱਟ ਤੱਕ ਹੇਠਾਂ ਸਮਾ ਜਾਣਗੇ ਭਾਰਤ ਪਾਣੀ ਦੇ ਵਿੱਚ, ਇੰਨਾ ਖਤਰਨਾਕ ਤਰੀਕੇ ਨਾਲ। ਸਮੁੰਦਰ ਨੇ ਕਬਜ਼ਾ ਕਰਨਾ ਜ਼ਮੀਨ ਦੇ ਉੱਪਰ, ਜਦੋਂ ਗਲੇਸ਼ੀਅਰ ਪਿਘਲੇ ਨਾ ਸਮੁੰਦਰ ਕਬਜ਼ਾ ਕਰੇਗਾ ਤੇ ਬਹੁਤ ਨੁਕਸਾਨਦਾਇਕ ਘਟਨਾ ਆਏਗੀ। ਤੇ ਇਹ ਚਿੰਤਾਜਨਕ ਗੱਲ ਹੈਗੀ। ਉਹਨਾਂ ਨੇ ਕਿਹਾ ਕਿ ਤਾਪਮਾਨ ਵਧਣਾ, ਤਾਪਮਾਨ ਤਕਰੀਬਨ ਆਉਣ ਵਾਲੇ 20 ਤੋਂ 30 ਸਾਲਾਂ ਦੇ ਵਿੱਚ ਹੀ ਲੱਗਦਾ ਵੀ 1.5 ਡਿਗਰੀ ਤੱਕ ਵੱਧ ਜਾਏਗਾ। 1.5 ਡਿਗਰੀ ਤੱਕ ਚੱਲ ਸਭ ਬਹੁਤ ਵੱਡੀ ਗੱਲ ਹੈ। ਬਲਕਿ ਇੱਕ ਡਿਗਰੀ ਇੱਕ ਪੁਆਇੰਟ ਜਿਹੜਾ ਹੈਗਾ ਉਹ ਜੇ ਤਾਪਮਾਨ ਵੱਧਦਾ ਪ੍ਰੋਬਲਮ ਖੜੀ ਹੁੰਦੀ ਆ। ਉਹਨਾਂ ਨੇ ਕਿਹਾ ਕਿ ਵਾਤਾਵਰਨ ਜਿਹੜਾ ਕਿ ਗਲੋਬਲ ਵਾਰਮਿੰਗ ਹੈਗੀ ਆ ਉਹ ਬੜੀ ਖਤਰਨਾਕ ਦੌਰ ਤੇ ਚੱਲ ਰਹੀ ਹੈ। ਵਾਤਾਵਰਨ ਨੂੰ ਸਹੀ ਨਹੀਂ ਕਰ ਰਹੇ। ਉਹਨਾਂ ਨੇ ਖਾਸ ਕਰਕੇ ਭਾਰਤੀਆਂ ਤੇ ਕਹੀ ਹੈ ਗੱਲ, ਇਹ ਭਾਰਤੀਆਂ ਉੱਤੇ ਖਾਸ ਕਰਕੇ, ਕਿ ਉਹ ਵਾਤਾਵਰਨ ਨਾਲ ਬਹੁਤ ਛੇੜਛਾੜ ਕਰ ਰਹੇ ਆ, ਉਸਨੂੰ ਕੁਦਰਤ ਨਾਲ ਛੇੜਛਾੜ ਕਰ ਰਿਹਾ ਭਾਰਤ ਆਖੀ ਹੈ। ਤੇ ਹੁਣ ਇਹ ਗੱਲ ਭਾਰਤ ਦੇ ਉੱਪਰ ਨਾਸਾ ਨੇ ਕੱਢੀ ਆ ਤੇ ਮੋਦੀ ਜੀ ਜਾਂ ਸਾਡੇ ਵਾਤਾਵਰਨ ਮੰਤਰੀ ਕੀ ਜਵਾਬ ਦਿੰਦੇ ਵੱਖਰੀ ਗੱਲ ਹੈ। ਪਰ ਜੇਕਰ ਇਹ ਰਿਪੋਰਟ ਸੱਚੀ ਆ ਤਾਂ ਬਿਲਕੁਲ ਦੇਖੋ ਪਾਣੀ ਦੀ ਜ਼ਮੀਨ ਵਾਲਾ ਚਵੜਾ ਸਭ ਖਤਮ ਹੋ ਰਿਹਾ, ਹੇਠਲਾ ਪਾਣੀ ਖਤਮ ਹੋ ਰਿਹਾ ਤੇ ਹਵਾ ਦੇ ਵਿੱਚ ਪ੍ਰਦੂਸ਼ਣ ਬਹੁਤ ਬੁਰੀ ਤਰ੍ਹਾਂ ਆ ਚੁੱਕਿਆ। ਤੇ ਤੁਸੀਂ ਆਪਾਂ ਦੇਖਦੇ ਹਾਂ ਤੇ ਹਰ ਗੱਲ ਨੂੰ ਤੁਸੀਂ ਜ਼ਮੀਨ ਆਪਣੀ ਮਿੱਟੀ ਜਿਹੜੀ ਹੋ ਚੁੱਕੀ ਆ, ਮਿੱਟੀ ਬਹੁਤ ਜਿਹੜੀ ਹੋ ਚੁੱਕੀ ਆ ਤੇ ਬੜੀ ਖਤਰਨਾਕ ਲੈਣ ਤੇ ਹੈ। ਉਹ ਗੱਲ ਕੋਈ ਮੋੜੀ ਗੱਲ ਨਹੀਂ। ਪਰ ਜੇਕਰ ਇਹ ਗੱਲ ਨਾਸਾ ਬਿਲਕੁਲ ਇੰਡੀਪੈਂਡੈਂਟ ਕਹਿ ਦਿੰਦੀ ਆ ਸੱਚੀ ਵਿੱਚ ਸਹੀ ਆ ਤਾਂ ਭਾਰਤ ਖਤਰੇ ਦੇ ਨਿਸ਼ਾਨ ਦੇ ਉੱਪਰ ਆਇਆ ਹੈ। ਨਹੀਂ, ਇਹਦੇ ਵਿੱਚ ਇਹ ਹੈ ਕਿ ਇਸ ਗੱਲ ਨੂੰ ਜੇ ਨਾਸਾ ਦੀ ਰਿਪੋਰਟ ਹੈ ਉਹਨਾਂ ਨੇ ਕਿਤੇ ਸ਼ਾਇਆ ਕੀਤੀ ਕਿ ਛੋਟਾ ਜਿਹਾ ਅਦਾਰਾ ਤਾਂ ਹੈ ਨਹੀਂ, ਇਹ ਕੋਲ ਸੋਸ਼ਲ ਨੈਟਵਰਕ ਮੀਡੀਆ ਦੇ ਕੋਈ ਸੋ ਕਾਲਡ ਅਖੌਤੀ ਬੁੱਧੀਜੀਵੀ ਬੈਠਾ ਕਿ ਉਹਨੇ ਕੋਈ ਰਿਪੋਰਟ ਦੇ ਦਿੱਤੀ ਹੈ। ਨਾਸਾ ਇਸ ਚੀਜ਼ ਦਾ ਜਵਾਬਦੇਹ ਹੈ ਤੇ ਇਸ ਚੀਜ਼ ਨੂੰ ਸਾਡੀ ਜੇ ਵਾਕਿਆ ਉਹਨਾਂ ਨੇ ਭਾਰਤ ਨੂੰ ਕਿਹਾ ਕਿ ਭਾਰਤ ਇਹਦੀ ਜਿਹੜੀ ਹੈ ਦੁਰਵਰਤੋਂ ਕਰ ਰਿਹਾ ਹੈ ਤੇ ਉਹਨਾਂ ਨੂੰ ਬਾਕੀ ਦੇ ਮੁੱਦਿਆਂ ਨੂੰ ਛੱਡ ਕੇ ਇੱਧਰਲੇ ਪਾਸੇ ਬੜੀ ਗੰਭੀਰਤਾ ਦੇ ਨਾਲ 12 ਸ਼ਹਿਰਾਂ ਦੀ ਜਿਹੜੀ ਵਸੋਂ ਹੈ ਕੋਈ ਛੋਟੀ ਨਹੀਂ। ਮੇਰੇ ਖਿਆਲ ਜਿੰਨੀ ਬੰਬੇ ਦੀ ਵਸੋਂ ਉਨੀ ਸਾਡੀ ਕੈਨੇਡਾ ਦੀ ਵਸੋਂ ਨਹੀਂ ਹੋਣੀ। ਤੇ ਜੇ ਉਹਨਾਂ ਨੇ ਕਿਹਾ 3 ਫੁੱਟ ਤੱਕ ਚੱਲ ਗਏ ਨੇ ਥੱਲੇ ਤਾਂ ਬਾਕੀ ਜਿਹੜੇ ਤੁਸੀਂ 12 ਸ਼ਹਿਰ ਚੇਨਈ ਤੱਕ ਜਿਹੜੇ ਵੱਡੇ ਸ਼ਹਿਰ ਗਿਣਾਏ ਨੇ ਕਿ ਉਹਨਾਂ ਦੀ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਕੋਈ ਇਹੋ ਜਿਹੀ ਰਿਪੋਰਟ ਹੁੰਦੀ ਹੈ ਨਾਸਾ ਦਾ ਉੱਤੇ ਜਿਹੜਾ ਸਿਸਟਮ ਹੈ ਜੇ ਉਹਨਾਂ ਨੇ ਰਿਪੋਰਟ ਦਿੱਤੀ ਤੇ ਇਹਨੂੰ ਗੰਭੀਰਤਾ ਦੇ ਨਾਲ ਸਮੇਂ ਤੋਂ ਪਹਿਲਾਂ ਜਿਹੜਾ ਹੈ ਸਿਰ ਜੋੜ ਕੇ ਸਾਰੀਆਂ ਧਿਰਾਂ ਨੂੰ ਖਿਆਲ ਰੱਖਣਾ ਪਵੇਗਾ। ਵੈਲਕਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ ਤੇ ਤੁਹਾਡੇ ਮਹਿਮਾਨ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਨਾਬ। ਨਮਸਕਾਰ ਆਦਾਬ ਜੀ। ਦੋ ਗੱਲਾਂ ਕਰਨੀਆਂ ਜ਼ਰੂਰੀ। ਇੱਕ ਤਾਂ ਸਭ ਤੋਂ ਪਹਿਲਾਂ ਕਿ ਬੜਾ ਸਾਨੂੰ ਮਾਣ ਪ੍ਰਾਪਤ ਹੋਇਆ ਕਿ ਓਲੰਪਿਕ ਦੇ ਵਿੱਚ ਸਾਡੇ ਬੱਚਿਆਂ ਨੇ ਬੜਾ ਵਧੀਆ ਰੋਲ ਪਲੇ ਕੀਤਾ ਔਰ ਸਾਡਾ ਨਾਂ ਉੱਚਾ ਕੀਤਾ। ਸਭ ਭਾਰਤ ਦੇ ਲੋਕਾਂ ਨੂੰ ਤੇ ਉਹਨਾਂ ਖਿਡਾਰੀਆਂ ਨੂੰ ਬਹੁਤ ਬਹੁਤ ਮੁਬਾਰਕ ਤੇ ਧੰਨਵਾਦ ਜੀ। ਦੂਜੀ ਗੱਲ, ਆ 12 ਸ਼ਹਿਰਾਂ ਦੀ ਗੱਲ ਕਰ ਰਹੇ ਹੋ, ਇਹੋ ਜਿਹੇ ਕਿਆਸ ਰਾਈਆਂ ਕਈ ਵਾਰੀ ਪਹਿਲਾਂ ਵੀ ਹੋਈਆਂ ਨੇ, ਚਾਹੇ ਉਹ ਨਾਸਾ ਹੋਵੇ ਜਾਂ ਫਾਸਾ ਹੋਵੇ। ਇਹੋ ਜਿਹਾ ਕੁਛ ਨਹੀਂ ਹੋਣ ਦਾ, ਨਾ ਸਾਨੂੰ ਡਰਨ ਦੀ ਲੋੜ ਹੈ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਆਉਂਦੀਆਂ ਗਈਆਂ ਨੇ। ਪਹਿਲਾਂ ਵੀ ਕਿਓਟੋ ਦਾ ਬੜਾ ਰੌਲਾ ਪਿਆ ਸੀ, ਕਿਓਟੋ ਨਾ ਹੋਇਆ ਤਾਂ ਕੀ ਪਤਾ ਨਹੀਂ ਕੀ ਹੋ ਜਾਣਾ, ਦੁਨੀਆ ਸਮੁੰਦਰ ਡਿੱਗ ਜੂਗੀ ਤੇ ਨਾ ਉੱਥੇ ਕੁਛ ਹੈ। ਇੱਕ ਮਿੰਟ ਕਮਲ ਜੀ, ਤੁਸੀਂ ਬਹੁਤ ਵੈਲ ਰਿਸਪੈਕਟਡ ਹੋ ਕਮਿਊਨਿਟੀ ਦੇ ਵਿੱਚ। ਥੈਂਕ ਯੂ। ਨਾਸਾ ਹੋਵੇ ਫਾਸਾ ਹੋਵੇ, ਲਫ਼ਜ਼ ਤੁਹਾਡੇ ਕੋਲ ਸ਼ੋਭਾ ਨਹੀਂ ਦਿੱਤਾ। ਪਹਿਲੀ ਗੱਲ ਤਾਂ ਮੈਂ ਸੌਰੀ, ਵੱਡੇ ਵੀਰ ਹੋ ਤੁਸੀਂ, ਸਾਡੇ ਨਾਲੋਂ ਜ਼ਿਆਦਾ ਸੀਨੀਅਰ ਹੋ। ਦੂਜੀ ਗੱਲ, ਇਹ ਨਾਸਾ ਦੀ ਜਿਹੜੀ ਰਿਪੋਰਟ ਆ, ਹੁਣ ਤੁਸੀਂ ਸ਼ਾਇਦ ਗਲੇਸ਼ੀਅਰਜ਼ ਬਾਰੇ ਬਹੁਤ ਸਾਰੀਆਂ ਰਿਪੋਰਟਾਂ ਆਈਆਂ ਨੇ, ਇਕੱਲੇ ਭਾਰਤ ਵਾਸਤੇ ਨਹੀਂ। ਉਹਨਾਂ ਨੇ ਭਾਰਤ ਦੇ ਉੱਤੇ ਚਿੰਤਾ ਪ੍ਰਗਟਾਈ ਹੈ ਕਿ ਇਹ ਜੇ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਇਹ ਜਿਹੜੇ ਲਾਗੇ ਸਮੁੰਦਰ ਦੇ ਸ਼ਹਿਰ ਨੇ ਡੈਫੀਨੇਟਲੀ ਨੁਕਸਾਨ ਹੋ ਸਕਦਾ। ਤੇ ਆਪਾਂ ਇਹਨੂੰ ਇੱਦਾਂ ਲਈਏ ਬਈ ਅੱਖਾਂ ਮੀਟ ਲਈਏ ਕਬੂਤਰ ਨੂੰ ਵੇਖ ਕੇ ਆਪਣੇ ਬਿੱਲੀ ਨੂੰ ਵੇਖ ਕੇ ਮੀਟ ਲਵੇ, ਤਾਂ ਮੇਰੇ ਖਿਆਲ ਦੇ ਵਿੱਚ ਇਹ ਇੱਕ ਨਾ ਬਹੁਤ ਹੱਸਣ ਵਾਲੀ ਗੱਲ ਨਹੀਂ। ਮੈਂ ਇੱਕ ਰਿਪੋਰਟ ਸਾਂਝੀ ਕਰਕੇ ਹਟਿਆ ਯੂਐਨ ਦੀ। ਮੈਂ ਤੁਹਾਨੂੰ ਸਹਿਮਤ ਹਾਂ। ਤੁਸੀਂ ਸ਼ਾਇਦ ਉਹ ਯੂਐਨ ਦੀ ਰਿਪੋਰਟ ਨਹੀਂ ਸੁਣੀ। ਮੈਂ ਇੱਕ ਮਿੰਟ ਕਮਲ ਜੀ, ਇੱਕ ਮਿੰਟ ਪਲੀਜ਼, ਵੈਲ ਰਿਸਪੈਕਟਡ, ਮੈਂ ਸਮਾਂ ਦੇਵਾਂਗਾ, ਬਾਅਦ ਚ ਮੈਂ ਕੱਟਾਂਗਾ ਨਹੀਂਗਾ, ਠੀਕ ਹੈ। ਯੂਐਨ ਦੀ ਪ੍ਰਮੁੱਖ ਦੀ ਜਲਵਾਯੂ ਤਬਦੀਲੀ ਤੇ ਚੇਤਾਵਨੀ, ਯੂਐਨ ਦੀ ਇੱਕ ਰਿਪੋਰਟ ਹੈ IPCC ਦੀ। ਮੈਂ 25 ਮਿੰਟ ਲਾਏ ਨੇ ਉਹਦੇ ਤੇ, ਤੱਥਾਂ ਦੇ ਆਧਾਰ ਦੇ ਉੱਤੇ ਸਾਰੇ ਵਰਲਡ ਵਾਈਡ ਗੱਲ ਕੀਤੀ, ਸਾਰੇ ਵਰਲਡ ਵਾਈਡ। ਉਹਨਾਂ ਨੇ ਇੱਕ ਭਾਰਤੀ ਨਹੀਂ ਗੱਲ ਕੀਤੀ। ਪਰ ਨਾਸਾ ਦੀ ਇੱਕ ਸਪੈਸ਼ਲ ਰਿਪੋਰਟ ਦੇ ਉੱਤੇ ਜੇ ਮੈਂ ਹੁਣੇ ਗੱਲ ਕਰਕੇ ਇਕੱਲਾ ਭਾਰਤੀ ਨਹੀਂ,
ਨਾਲ ਜਿਹੜੇ ਸਮੁੰਦਰ ਦੇ ਹੋਰ ਵੀ ਦੇਸ਼ ਲੱਗਦੇ ਨੇ ਉਹ ਵੀ ਫਿਰ ਡੇਂਜਰਸ ਜ਼ੋਨ ਦੇ ਹੋਣਗੇ। ਹੁਣ ਤੁਸੀਂ ਆਪਣੀ ਗੱਲ ਕਰ ਸਕਦੇ ਹੋ ਕਿਉਂਕਿ ਗਲੇਸ਼ੀਅਰ ਜਿਹੜੇ ਨੇ ਅਕਸਰ ਅਸੀਂ ਗੱਲਬਾਤ ਕਰਦੇ ਹੁੰਦੇ ਹਾਂ ਅੰਜੂ ਜੀ, ਕਈ ਦਿਖਾਈ ਨਹੀਂ ਦੇ ਰਹੇ, ਜਿੱਥੇ ਲੋਕ ਦੇਖਣ ਜਾਂਦੇ ਸੀ ਉਹ ਸਮੁੰਦਰ ਦੇ ਵਿੱਚੋਂ ਗਾਇਬ ਨੇ। ਤੇ ਜੇ ਯਕਦਮ ਗਲੋਬਲ ਜਿਹੜੀ ਹੈ ਇਸ ਵਕਤ ਸਥਿਤੀ ਬਣਦੀ ਵਾਰਮਿੰਗ ਵੱਧਦੀ ਹੈ ਤੇ ਉਹ ਪਿੰਗਲ ਨਹੀਂ ਗਈ ਨਾ, ਅੱਗ ਦੇ ਲਾਗੇ ਕਦੇ ਬਰਫ਼ ਟਿਕੀ ਆ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਮੈਂ ਗੱਲ ਕਰਾਂ ਇਹ ਜਿਹੜੀ ਨਾਸਾ ਦੀ ਰਿਪੋਰਟ ਹੈ ਨਾ, ਇਹ ਪਹਿਲਾਂ ਵੀ ਕਿਓਟੋ ਦਾ ਬਹੁਤ ਰੌਲਾ ਪਿਆ ਸੀ ਕਿ ਗਲੋਬਲ ਵਾਰਮਿੰਗ ਹੋਏਗੀ, ਦੁਨੀਆ ਏਦਾਂ ਹੋ ਜਾਏਗੀ, ਦੁਨੀਆ ਨੂੰ ਏਦਾਂ ਹੋ ਜਾਊਗਾ। ਏਦਾਂ ਨਹੀਂ ਹੈ। ਜੇ ਕੋਈ ਗੱਲ ਹੁੰਦੀ ਹੈ ਤਾਂ ਉਹਦਾ ਸੋਲੂਸ਼ਨ ਵੀ ਲੱਭਿਆ ਜਾਂਦਾ ਵਾ। ਅੱਜ ਦੀ ਤਰੀਕ ਤੁਸੀਂ ਦੇਖ ਲਓ, ਜੋ ਮਰਜ਼ੀ ਕਹੀ ਜਾਓ, ਗਲੋਬਲ ਚ ਬੜੀ ਵਾਰਮਿੰਗ ਹੋ ਰਹੀ ਹੈ, ਬੜਾ এনवायरमेंट ਚੇਂਜ ਹੋ ਰਿਹਾ। ਇੱਥੇ ਖਾਸ ਕਰਕੇ ਸਾਡੇ ਬ੍ਰੈਂਪਟਨ ਇਹਨੀ ਸਨੋ ਪੈਂਦੀ ਸੀ ਪਿਛਲੇ 5-4 ਸਾਲ ਤੋਂ ਸਨੋ ਤੇ ਜਿੱਦਾਂ ਕਹਿੰਦੇ ਵੀ ਤੇ ਫਿਰ ਉਹਨੂੰ ਤੁਸੀਂ ਗਲੋਬਲ ਵਾਰਮਿੰਗ ਕਰਕੇ ਉਹਨੂੰ ਕੀ ਕਹੋਗੇ ਹੁਣ ਤੁਸੀਂ? ਗਲੋਬਲ ਵਾਰਮਿੰਗ ਸਨੋ ਪੈਂਦੀ ਸੀ ਬ੍ਰੈਂਪਟਨ ਦੇ ਵਿੱਚ, ਡਾਊਨਟਾਊਨ ਦੇ ਵਿੱਚ ਵੀ ਪੈਂਦੀ ਸੀ, ਰਹਿੰਦੇ ਸੀਗੇ, ਤੇ ਹੁਣ ਉਹਨੂੰ ਕੀ ਕਹੋਗੇ? ਨਹੀਂ, ਉਹ ਜਿਹੜੀ ਚੇਂਜ ਹੈ ਉਹ ਹੈਗੀ ਹੈ, ਪਰ ਐਡੀ ਡਿਸਟੀਰੀਅਸ ਨਹੀਂ ਹੈਗੀ ਉਹ ਤੋਂ ਇੰਨਾ ਡਰ ਕੇ। ਚਲੋ ਐਨੀਵੇ ਅੰਜੂ ਜੀ ਕੁਝ ਕਹਿ ਲੱਗੇ ਸੀ। ਕਿਸੇ ਗਲੋਬਲ ਵਾਰਮਿੰਗ ਕਰਕੇ ਇੰਨਾ ਜ਼ਿਆਦਾ ਤਾਪਮਾਨ ਜਿਹੜਾ ਵੱਧਦਾ ਜਾ ਰਿਹਾ, ਜੰਗਲਾਂ ਦੀ ਅੱਗ। ਹੁਣੇ ਮੈਂ ਖਬਰਾਂ ਦੇ ਵਿੱਚ ਵੀ ਪੜ੍ਹਿਆ ਕਿ ਯੂਰਪ ਡਿਫਰੈਂਟ ਕੰਟਰੀਜ਼, ਆਪਣੀ ਕੈਨੇਡਾ ਨੂੰ ਹੀ ਲੈ ਲਓ, ਉਸ ਦੇ ਉੱਤੇ ਅਮਰੀਕਾ ਦੇ ਵਿੱਚ ਵੀ ਵਾਈਲਡ ਫਾਇਰਸ ਕੋਈ ਕੰਟਰੋਲ ਤੇ ਹੋ ਨਹੀਂ ਪਾ ਰਹੇ। ਇਹ ਜੀ ਆਪਦਾ ਹੈਗੇ ਨੇ ਨੈਚੁਰਲ, ਜੋ ਕਿ ਅਨਕੰਟਰੋਲੇਬਲ ਹੈਗੇ ਨੇ। ਆਈ ਥਿੰਕ ਜਿਵੇਂ ਕਿ ਦਿਲਬਾਗ ਨੇ ਆਪਣੇ ਆਰਟੀਕਲ ਦੇ ਵਿੱਚ ਮੈਂ ਖੁਦ ਅੱਜ ਉਹ ਆਰਟੀਕਲ ਪੜ੍ਹਿਆ ਹੈ, BBC ਦੇ ਵਿੱਚ ਆਇਆ, ਔਰ ਉਹਦੇ ਵਿੱਚ ਸਾਫ਼ ਹੈਗਾ ਕਿ ਅਸੀਂ ਖੁਦ ਜ਼ਿੰਮੇਵਾਰ ਹੈਗੇ ਹਾਂ। ਅਸੀਂ ਇਹ ਸੋਚ ਲਈਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਨਹੀਂ ਹੋਗਾ। ਹਾਲਾਂਕਿ ਉਹ ਜ਼ਰੂਰ ਕਹਿੰਦੇ ਨੇ ਕਿ ਸਥਿਤੀ ਬਹੁਤ ਗੰਭੀਰ ਹੈ, ਲੇਕਿਨ ਅਭੀ ਐਮਰਜੈਂਸੀ ਨਹੀਂ ਹੈ, ਲੇਕਿਨ ਹੋ ਸਕਦੀ ਹੈ। ਅਗਰ ਜੀ ਡਿਊ ਰਿਸਪੈਕਟ, ਤੁਹਾਡੇ ਵਿਚਾਰ ਹਮੇਸ਼ਾ ਹੀ ਬਹੁਤ ਵਧੀਆ ਹੁੰਦੇ ਆ, ਕੈਲਕੂਲੇਟਿਵ ਗੱਲ ਕਰਦੇ ਹੋ, ਲੇਕਿਨ ਡਰ ਕੇ ਭੱਜਣਾ ਨਹੀਂ ਬਣਦਾ। ਨਹੀਂ, ਡਰ ਕੇ ਭੱਜਣ ਵਾਲੀ ਗੱਲ ਨਹੀਂ ਹੈ ਕਮਲ ਜੀ। ਡਰ ਕੇ ਭੱਜਣ ਵਾਲੀ ਗੱਲ ਹੁੰਦੀ ਹੈ ਕਿ ਕਿਸੇ ਕੋ ਤਗੜਾ ਢਾਲਾ ਫੜਿਆ ਹੋਇਆ, ਡਾਂਗ ਫੜੀ ਹੈ ਤੇ ਮੈਂ ਡਰ ਕੇ ਭੱਜਾਂ। ਇਹ ਕੁਦਰਤ ਵਾ ਤੇ ਕੁਦਰਤ ਤੋਂ ਹਮੇਸ਼ਾ ਹੀ ਡਰ ਕੇ ਰਹਿਣਾ ਚਾਹੀਦਾ। ਹੁਣ ਸੁਣੋ, ਅੱਗ ਦੀ ਪੂਜਾ ਹੁੰਦੀ ਹੈ, ਪੁਰਾਣੇ ਸਮੇਂ ਦੇ ਵਿੱਚ ਲੋਕ ਅੱਗ ਤੋਂ ਡਰਦੇ ਸੀ। ਪਾਣੀ ਦੀ ਪੂਜਾ ਹੁੰਦੀ ਹੈ, ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਧਰਤੀ ਦੀਆਂ ਪਰਲਵਾਈਆਂ ਨੇ ਉਹ ਪਾਣੀ ਦੀ ਪੂਜਾ ਕਰਦੇ ਆ, ਹਵਾ ਦੀ ਪੂਜਾ ਕਰਦੇ ਆ। ਕੁਦਰਤ ਦੇ ਨਾਲ ਛੇੜਛਾੜ ਇਨਸਾਨ ਨੂੰ ਮਹਿੰਗੀ ਪਵੇਗੀ। ਮੇਰੀ ਗੱਲ ਸੁਣੋ, ਰਿਪੋਰਟ ਪਤਾ ਕੀ ਕਹਿੰਦੀ ਹੈ? ਹੁਣ ਸੁਣਿਓ ਧਿਆਨ ਨਾਲ, ਤੁਸੀਂ ਪੜ੍ਹੇ ਲਿਖੇ ਹੋ, ਉਹ ਇੱਕ ਪਾਰਟੀ ਨੂੰ ਰਿਪਰੈਜ਼ੈਂਟ ਕਰਦੇ ਉੱਥੇ। ਇਸ ਕਰਕੇ ਮੈਂ ਲਫ਼ਜ਼ ਜਿਹੜਾ ਨਾਸਾ ਭਾਸ਼ਾ ਤੇ ਤੁਹਾਨੂੰ ਟੱਕਿਆ ਸੀ, ਜਿਵੇਂ ਸਾਡੀ ਬੀਬੀ ਨੇ ਕਹਿ ਦਿੱਤਾ ਸੀ ਨਾ, ਮਾਂਜੀ ਸਾਂਝੀ ਤੇ ਚੰਗਾ ਨਹੀਂ ਸੀ ਲੱਗਾ। ਸੋ ਲਫ਼ਜ਼ ਰਿਪੋਰਟ ਕਹਿੰਦੀ ਹੈ ਕਿ ਦੁਨੀਆ 19ਵੀਂ ਸਦੀ ਦੇ ਆਖਰੀ ਸਾਲਾਂ ਦੀ ਤੁਲਨਾ, ਹੁਣ ਤੁਸੀਂ ਜਿੱਥੇ ਜਾ ਰਹੇ ਹੋ ਉਹ ਰਿਪੋਰਟ, ਉਦੋਂ ਸੀ 1.1 ਡਿਗਰੀ ਸੈਲਸੀਅਸ ਜ਼ਿਆਦਾ ਗਰਮ ਹੋ ਚੁੱਕੀ ਹੈ, ਅਤੇ ਹੁਣ 5 ਸਾਲ ਆਪਣੇ ਪਹਿਲਾਂ ਦੇ ਸਾਲਾਂ ਨਾਲੋਂ ਵੱਧ ਗਰਮ ਹੋ ਰਹੇ ਨੇ। ਜੇਕਰ ਧਰਤੀ ਨੂੰ ਤਬਾਹੀ ਤੋਂ ਬਚਾਉਣਾ ਹੈ ਤਾਂ ਪੈਰਿਸ ਸਮਝੌਤੇ ਦੀ ਪਾਲਣਾ ਇੱਕ ਚੰਗੀ ਕੋਸ਼ਿਸ਼। ਉਹਨਾਂ ਨਾਲ ਹੱਲ ਵੀ ਦਿੱਤਾ ਹੋਇਆ, ਉਹਨਾਂ ਨਾਲ ਹੱਲ ਵੀ ਦਿੱਤਾ। ਇਹ ਨਹੀਂ ਗੱਲ ਕਹਿ ਦਿੱਤੀ ਇਕੱਲੀ ਕਿ ਹਵਾ 'ਚ ਤੀਰ ਛੱਡ ਦਿੱਤਾ। ਫਿਰ ਸੁਣੋ, ਉਹਨਾਂ ਨੇ ਵੀ ਕਿਹਾ ਕਿ UN ਮੌਸਮ ਵਿਭਾਗ ਦੇ ਜਨਰਲ ਸਕੱਤਰ ਜਿਹੜਾ ਹੈ ਪੈਟੇਰੀ ਤਾਲ ਦਾ ਕਹਿਣਾ ਹੈ ਕਿ 1.5 ਡਿਗਰੀ, ਹੁਣ 1.4 ਤੋਂ 1.5 ਡਿਗਰੀ, 4 ਡਿਗਰੀ ਬਹੁਤ ਵੱਡਾ ਮਹਿਣਾ ਰੱਖਦਾ ਵਾ, ਬਹੁਤ ਵੱਡਾ। ਔਰ ਇਹ ਵੱਧ ਰਿਹਾ ਦਰ ਬਦਰ, ਇੱਥੇ ਰੁਕਿਆ ਨਹੀਂ ਆ। ਉਹਨਾਂ ਨੇ ਇਹਦੀ ਤੁਲਨਾ ਅੱਜ ਨਹੀਂ ਲਈ, 2052 ਤੱਕ ਦਾ ਉਹਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਵਧਣਾ ਆ। ਅੱਜ ਨਹੀਂ ਗੱਲ ਵੀ ਕੱਲ ਨੂੰ ਡੁੱਬ ਜਾਣੇ ਜਾਂ ਪਰਸੋਂ ਨੂੰ ਡੁੱਬ ਜਾਣੇ ਜਾਂ ਮਹੀਨੇ ਨੂੰ ਡੁੱਬ ਜਾਣੇ ਆ। ਮੇਰੇ ਨਾਲ ਕੱਲ ਇੱਕ ਹੋਰ ਨੇ ਕੀਤਾ। ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਮੇਰਾ ਕਮਲ ਜੀ ਤੇ ਗੱਲ ਤੇ ਥੋੜਾ ਹਾਸਾ ਵੀ ਆਇਆ ਸੀਗਾ, ਏਦਾਂ ਨਹੀਂ ਕਰੇ ਜੀ। ਇਹ ਬਹੁਤ ਵੱਡਾ ਮੁੱਦਾ ਹੈਗਾ ਜੀ। ਭਾਰਤ ਵਿੱਚ ਤੁਸੀਂ ਬੈਠੋ, ਕੈਨੇਡਾ ਵਿੱਚ, ਕੈਨੇਡਾ ਦਾ ਵਾਤਾਵਰਨ ਹੋਰ ਤਰ੍ਹਾਂ ਦਾ ਹੈਗਾ। ਭਾਰਤ ਦੇ ਵਿੱਚ ਇਸ ਵੇਲੇ ਤੁਸੀਂ ਹੈਰਾਨ ਹੋਵੋਗੇ ਬਈ ਏਸ਼ੀਆ ਦੀ ਇੰਨੀ ਭਰਮਾਰ ਹੋ ਚੁੱਕੀ ਹੈ, ਇੰਨੀ ਅੱਗ ਸੁੱਟ ਰਿਹਾ ਉਹ ਬਾਹਰ, ਇਹ ਤੁਸੀਂ ਸੋਚ ਨਹੀਂ ਸਕਦੇ। ਬੰਦਾ ਅੰਦਰ ਠੰਡ ਕਰਨ ਵਾਸਤੇ ਬਾਹਰ ਅੱਗ ਜਿਹੜਾ ਕਿ ਓਜ਼ੋਨ ਦੀ ਪਰਤ ਹੈਗੀ ਆ, ਉਹਨੂੰ ਵੀ ਵਿਗਿਆਨੀ ਕਹਿ ਚੁੱਕਿਆ ਕਿ ਓਜ਼ੋਨ ਦੀ ਪਰਤ ਨੂੰ ਵੀ ਖਤਰਾ ਬਣਿਆ ਹੋਇਆ ਇਸ ਟਾਈਮ ਇਸ ਵੇਲੇ। ਤੇ ਇਹ ਕੋਈ ਪੂਰੀ ਗੱਲ ਨਹੀਂ, ਰੁੱਖ ਨਹੀਂ ਆ ਰਹੇ ਸੀ, ਉਹ ਕੱਟ ਰਿਹਾ ਰੁੱਖ। ਡੇਲੀ ਅਰਬਾਂ ਦੇ ਕਰੀਬ ਕੁਆਂਟਲ ਲੱਕੜ ਮੁਰਦਿਆਂ ਨੂੰ ਫੂਕਣ ਵਾਸਤੇ ਜਲਾਈ ਜਾ ਰਹੀ ਆ ਐਡੀ ਭਾਰਤ ਵਿੱਚ। ਕੋੜਾ ਕੁਆਂਟਲ ਲੱਕੜ ਡੇਲੀ ਫੂਕੀ ਜਾ ਰਹੀ ਆ। ਕਿਹਦਾ ਸਾਹਿਬ ਕੋਈ ਨਹੀਂ ਜੀ, ਕਿਹਦਾ ਸਾਹਿਬ ਸਮਾਂ ਦਿਓ ਜੀ ਕਮਲ ਜੀ ਨੂੰ। ਸਮਝ ਜਾਈਏ ਜੀ ਤਾਂ ਠੀਕ ਰਹੇਗਾ। ਕਿ ਮੇਰੇ ਨਾਲ ਕਾਲਰ ਨੇ, ਕਮਲ ਜੀ ਹੋਲਡ ਰੱਖਿਓ। ਵੈਲਕਮ ਜੀ। ਹੈਲੋ, ਹਾਂਜੀ, ਸੈਕੰਡ ਲਾਈਨ ਸਾਡੀ ਆ ਰਹੀ ਹੈ। ਸਾਡੇ ਪਿਛਲੇ ਦਿਨਾਂ ਤੋਂ ਕੁਝ
ਟੈਕਨੀਕਲ ਇਸ਼ੂ ਹੈ, ਇਸ ਕਰਕੇ ਉਹ ਸਾਈਕਲ ਲਾਈਨ ਜਿਹੜੀ ਹੈ ਉਹ ਸਾਡੀ ਥਰੂ ਨਹੀਂ ਹੋ ਰਹੀ। ਮੈਂ ਮੇਰੀ ਉਸ ਕਾਲਰ ਨੂੰ ਬੇਨਤੀ ਹੈ ਦੁਬਾਰਾ ਕਾਲ ਕਰ ਲਿਆ। ਹਾਂਜੀ ਕਮਲ ਜੀ ਤੁਸੀਂ ਕੁਝ ਇੱਕ ਮਿੰਟ ਹੋਰ ਰੱਖਿਓ। ਅਸੀਂ ਹਿਊਮਨ ਬੀਇੰਗ ਜਿਹੜੇ ਆ, ਜਿਹੜੀ ਇਹ ਸਿਚੁਏਸ਼ਨ ਹੈ ਇਹਦਾ ਸਾਡੇ ਕੋਲ ਕੋਈ ਸੋਲੂਸ਼ਨ ਹੈ ਨਹੀਂ, ਅਸੀਂ ਕੁਝ ਨਹੀਂ ਕਰ ਰਹੇ ਇਸ ਵਾਸਤੇ। ਜਿਹੜੀ ਗੱਲ ਤਾਂ ਤੁਹਾਡੀ ਕਹਿ ਰਹੇ ਨੇ ਕਿ ਅਸੀਂ ਦਰਖਤ ਕੱਟੀ ਜਾ ਰਹੇ, ਉਹਦੇ ਬਦਲੇ ਇਹਨਾਂ ਕੰਟਰੀਆਂ ਦੇ ਵਿੱਚ ਤੁਹਾਨੂੰ ਵੀ ਪਤਾ ਸੀ ਇੱਕ ਕਮਲ ਜੀ ਮੈਂ ਨਾ ਮਨ ਵਾਲੀ ਸਥਿਤੀ 'ਚ ਨਹੀਂ ਰਹੀਦਾ ਹੁੰਦਾ। ਇੱਥੇ ਇੱਕ ਦਰਖਤ ਕੱਟਦੇ ਹੈਵ ਟੂ ਦੂਜਾ ਦਰਖਤ ਲੱਗਦਾ, ਉਹ ਕਿੰਨੀ ਵੱਡੀ ਤਾਦਾਦ ਦੇ ਵਿੱਚ ਹੈ। ਮੈਂ ਇੱਕ ਗੱਲ ਦੱਸ ਦਵਾਂ। ਹਾਂਜੀ, ਕੱਲ ਮੈਂ ਆਪਣੇ ਪਿੰਡ ਨਾਲ ਗੱਲ ਕਰ ਰਿਹਾ ਸੀਗਾ ਕਿ 1000 ਬੂਟਾ ਦਰਖਤ ਕਹਿ ਲਓ ਤੁਸੀਂ ਬੂਟੇ ਲਗਾਏ ਗਏ। ਸਾਡਾ ਅਸੀਂ ਪਿੰਡ ਸਟੇਡੀਅਮ ਬਣਾਇਆ, ਮੇਰੇ ਵੱਡੇ ਭਾਈ ਸ਼ਹੀਦ ਹੋ ਗਏ ਸੀ 1931 ਲੜਾਈ 'ਚ, ਉਹਨਾਂ ਦੇ ਨਾਂ ਤੇ ਉਹ ਉੱਥੇ ਅਸੀਂ 1000 ਬੂਟਾ ਲਗਾਇਆ। ਉਹਦੇ ਵਿੱਚੋਂ 500 ਬੂਟੇ ਜਿਹੜੇ ਆ ਉਹ ਗਾਂ ਨਹੀਂ ਵਧੇ, ਪਰ 500 ਬੂਟੇ ਜਿਹੜੇ ਆ ਉਹ ਵਧਣ ਦੇ ਨੇ, ਉਹਨਾਂ ਨੂੰ ਪਾਣੀ ਪੂਣੀ ਦਿੱਤਾ ਜਾ ਰਿਹਾ। ਮੇਰਾ ਉਹਨਾਂ ਕੁਝ ਤਾਂ ਕੁਝ ਕੋਸ਼ਿਸ਼ ਸਾਨੂੰ ਵੀ ਤਾਂ ਕਰਨੀ ਚਾਹੀਦੀ ਹੈ। ਉਹੀ ਤੇ ਤੁਹਾਨੂੰ ਕਹਿ ਰਹੇ ਕਿ ਜਿਹੜਾ ਉਹਨਾਂ ਨੇ ਸਮਝੌਤਾ ਕਿਹਾ ਵਾ, ਉਹੀ ਤੇ ਕਹਿ ਰਹੇ ਆ ਵੀ ਉਹਦਾ ਸਮਝੌਤੇ ਦੀ ਤਹਿਤ ਕਿਹੜੀਆਂ ਸ਼ਰਤਾਂ ਨੇ, ਕੀ ਰੂਲ ਐਂਡ ਰੈਗੂਲੇਸ਼ਨ ਨੇ, ਪ੍ਰੋਪਰ ਫੋਲੋ ਕਰਨ ਵਾਸਤੇ ਵੀ ਤਾਂ ਹਾਲੇ ਵੀ ਦਿੱਤਾ ਨਾ ਨਾਲ ਉਹਨਾਂ ਨੇ। ਨਹੀਂ ਫਿਰ ਸਾਨੂੰ ਰੱਬ ਨੇ ਦਿਮਾਗ ਦਿੱਤਾ, ਸਾਨੂੰ ਆਪਣਾ ਦਿਮਾਗ ਵੀ ਯੂਜ਼ ਕਰਨਾ ਚਾਹੀਦਾ। ਪਰ ਇਹ ਕਿੰਨੇ ਵਰਤਦੇ ਨੇ, ਕਿੰਨੇ ਅਸੀਂ ਵਰਤਦੇ ਆ? ਮੈਂ ਕਿਸੇ ਇੱਕ ਕੰਟਰੀ ਦਾ ਨਾਂ ਨਹੀਂ ਲੈ ਰਿਹਾ, ਕਿੰਨੇ ਵਰਤਦੇ ਆ? ਮੈਂ ਕਿਹਾ ਮੈਂ ਜੇ 50% ਵੀ ਵਰਤੀਏ ਤਾਂ ਵਾਧੂ ਆ। 50% ਜੇ ਵਰਤਦੇ ਹੁੰਦੇ ਫਿਰ ਤਾਂ ਅਸੀਂ ਸਵਰਗ ਬਣਾ ਲੈਣਾ ਸੀ ਧਰਤੀ ਨੂੰ। ਚਾਵਲਾ ਸਾਹਿਬ ਮਿਹਰਬਾਨੀ। ਅਜੇ ਸਵਰਗ ਤੇ ਨਹੀਂ ਰਹਿੰਦੇ। ਨਾ ਅਸੀਂ ਕੈਨੇਡਾ ਦੇ ਵਿੱਚ ਰਹਿੰਦੇ ਆ, ਪਰ ਦੂਜੀਆਂ ਗੱਲ ਤੁਸੀਂ ਥਰਡ ਤੁਸੀਂ ਕਦੋਂ ਦੇ ਗਏ ਹੋ, ਕਿਤੇ ਮਤਲਬ ਜਾ ਕੇ ਵੇਖ ਕੇ ਆਓ ਹਾਲਾਤ ਕੀ ਉੱਥੋਂ ਦੇ। ਬਹੁਤ ਮਿਹਰਬਾਨੀ ਕਮਲ ਜੀ, ਸੋ ਨਾਈਸ, ਥੈਂਕ ਯੂ ਵੈਰੀ ਮਚ। ਤੁਹਾਡੇ ਆਪਣੇ ਵਿਚਾਰ ਨੇ ਔਰ ਤੁਸੀਂ ਉਹਨੂੰ ਕਿਹਾ ਵੀ ਬਿਲਕੁਲ ਆਈ ਹੋਪ ਕਿ ਤੁਸੀਂ ਵਧੀਆ ਸੋਚ ਰਹੇ ਹੋ ਕਿ ਕੁਛ ਨਹੀਂ ਹੋਣ ਵਾਲਾ, ਡਰਨਾ ਨਹੀਂ ਹੈ। ਪਰ ਇੱਥੇ ਕੁਦਰਤ ਦੀ ਆਫਤ ਦੀ ਗੱਲ ਕੀਤੀ ਜਾ ਰਹੀ ਹੈ। ਇਨਸਾਨ ਕੁਦਰਤ ਨਾਲ ਛੇੜਛਾੜ ਕਰ ਰਿਹਾ, ਚਿੰਤਨ ਕਰਨਾ ਪੈਂਦਾ। ਸੋ ਜਿਹੜੀ ਸਾਡੀ ਲਾਈਨ ਫਲੈਸ਼ ਹੋ ਰਹੀ ਸੀ, ਡਿਸਕਨੈਕਟ ਹੋ ਗਈ ਸੀਗੀ, ਮੈਂ ਖਿਮਾ ਦਾ ਜਾਚਕ ਹਾਂ। ਸਾਡੇ ਕਾਲਰ ਨੇ ਟੈਕਸਟ ਵੀ ਮੈਸੇਜ ਕੀਤਾ, ਲਾਈਨ ਨਹੀਂ ਥਰੂ ਹੋ ਰਹੀ, ਆਈ ਡੋਂਟ ਨੋ ਵਾਈ। ਨੈਕਸਟ ਕਾਲ ਪਲੀਜ਼। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਚਾਵਲਾ ਜੀ, ਸਤਿ ਸ਼੍ਰੀ ਅਕਾਲ ਅੰਜੂ ਜੀ, ਸਤਿ ਸ਼੍ਰੀ ਅਕਾਲ ਜੀ। ਸਰ ਜਿਹੜੀ ਗੱਲ ਆਪਾਂ ਚੱਲ ਰਹੀ ਆ ਪਰਿਆਵਰਨ ਦੀ, ਜੀ ਦੇਖੋ ਮੈਂ ਮਤਲਬ ਜਿਹੜੀ ਹੈ ਨਾ, ਆਪਾਂ ਇਹ ਕਹਿੰਦੇ ਜੀ ਪੰਜਾਬ ਦੇ ਵਿੱਚ ਦੇਖੋ ਪਾਣੀਆਂ ਦਾ ਹਾਲ ਤੁਸੀਂ ਦੇਖ ਲਓ, ਠੀਕ ਹੈ ਨਾ ਜੀ। ਅੱਜ ਤੋਂ 25-30 ਸਾਲ ਪਹਿਲਾਂ ਨਾ ਜਦੋਂ ਮਤਲਬ ਸਾਇੰਟਿਸਟ ਗੱਲ ਕਰਦੇ ਸੀ ਜੀ ਪਾਣੀ ਦੀ ਥੋੜੀ ਜਿਹੀ ਨਾ ਧਿਆਨ ਨਾਲ ਵਰਤੋ, ਪਾਣੀ ਦਾ ਲੈਵਲ ਬਹੁਤ ਨੀਵਾਂ ਜਾ ਰਿਹਾ ਤੇ ਸਾਡਾ ਸਮਾਜ ਹੀ ਉਹਦਾ ਮਜ਼ਾਕ ਬੜਾ ਉਡਾਉਂਦਾ ਸੀ ਕਿ ਕੀ ਹੋਣ ਲੱਗਾ, ਕੁਛ ਨਹੀਂ ਹੋਣ ਲੱਗਾ, ਠੀਕ ਹੈ ਨਾ ਜੀ। ਤੇ ਉਹੀ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਦਰਖਤ ਵੀ ਵੱਢਤੇ। ਤੁਸੀਂ ਚਾਵਲਾ ਜੀ ਸਾਡੇ ਮਤਲਬ ਰੋਡ ਦੇ ਉੱਤੇ, ਮੈਂ ਦੁਆਬੇ ਨੂੰ ਬਿਲੋਂਗ ਜੀ ਦੁਆਬੇ 'ਚ ਦਰਖਤ ਹੀ ਦਰਖਤ ਹੁੰਦੇ। ਬਿਲਕੁਲ ਜੀ, ਬਿਲਕੁਲ। ਤੇ ਲੇਕਿਨ ਹੁਣ ਤੁਸੀਂ ਸੜਕਾਂ ਦੇ ਆਲੇ ਦੁਆਲੇ ਤੇ ਕੀ ਕਿਤੇ ਮਤਲਬ ਖੇਤਾਂ ਦੇ ਵਿੱਚ ਵੀ ਜਾਂ ਹੋਰ ਕਿਤੇ ਦਰਖਤ ਹੀ ਹੈ ਨਹੀਂ ਗੇ। ਬਿਲਕੁਲ ਜਾਓ ਸਹੀ। ਤੁਸੀਂ ਇਸ ਚੀਜ਼ ਨੂੰ ਬੜਾ ਆਮ ਸੌਰੀ, ਸਾਨੂੰ ਪ੍ਰੋਬਲਮ ਹੈ ਜੀ ਇਸ ਲਾਈਨ ਦੀ, ਔਰ ਸਾਡੀ ਕਸ਼ਮਕਸ਼ ਵੀ ਚੱਲ ਰਹੀ ਹੈ। ਆਪਣੇ ਜਿਹੜੀ ਸਾਡੇ ਪ੍ਰੋਵਾਈਡਰ ਨੇ, ਹੁਣ ਮੈਂ ਕਿਸੇ ਕੰਪਨੀ ਦਾ ਨਾਂ ਨਾ ਲਵਾਂ ਕਿਉਂਕਿ ਬਿਜ਼ਨਸ ਲਾਈਨ ਦੇ ਸਾਡੇ ਕੋਲ ਇਸ ਵਕਤ 6 ਲਾਈਨਾਂ ਜਿਹੜੀਆਂ ਨੇ, ਉਹ ਬਾਕੀ ਦੀਆਂ 2 ਲਾਈਨਾਂ ਜਿਹੜੀਆਂ ਨੇ ਨਹੀਂ ਚੱਲ ਰਹੀਆਂ। ਮੈਂ ਖਿਮਾ ਦਾ ਜਾਚਕ ਕਿਹਦਾ ਸਾਹਿਬ, ਸਮਾਂ ਵੀ ਹੁੰਦਾ ਜਾ ਰਿਹਾ, ਪਰ ਆਪਾਂ ਇੱਥੇ ਹੀ ਵਾਈਂਡ ਅਪ ਕਰਾਂਗੇ ਕਿ ਉਹਨਾਂ ਨੇ ਇਕੱਲੀ ਇੱਕ ਡਰਾਇਆ ਨਹੀਂ, ਨਾਲ ਕੁਝ ਹੱਲ ਵੀ ਦਿੱਤੇ ਨੇ। ਬਿਲਕੁਲ। ਹੁਣ ਇਹ ਤਾਂ ਹੈ ਨਹੀਂ ਗਲੇਸ਼ੀਅਰ ਜਿਹੜੇ ਨੇ ਉਹ ਪਿੰਗਲੇ ਨਹੀਂ ਤੇ ਅਸੀਂ ਨਾ ਮੰਨੀਏ, ਜਦੋਂ ਆਫਤ ਆਉਣੀ ਉਹਨੇ ਪੁੱਛ ਕੇ ਥੋੜ੍ਹੀ ਆਉਣਾ। ਜੇ ਸੁਚੇਤ ਸਾਨੂੰ ਕਰ ਰਹੇ ਨੇ ਤੇ ਅਸੀਂ ਉਹਨੂੰ ਹੂ ਕੇਅਰ ਕਰਕੇ ਨਾ ਛੱਡੀਏ। ਤੇ ਮੇਰੇ ਖਿਆਲ ਦੇ ਵਿੱਚ ਸਾਨੂੰ ਸੋਚਣਾ ਵਿਚਾਰਨਾ ਪਊਗਾ, ਸਾਡੇ ਦੇਸ਼ ਦੇ ਖਾਸ ਤੌਰ ਤੇ ਜਿਹੜੇ ਨੁਮਾਇੰਦੇ ਨੇ ਉਹਨਾਂ ਨੂੰ। ਸੋ ਮੇਰੇ ਖਿਆਲ ਚੋਂ ਕਾਲ ਜਿਹੜੀ ਹੁਣ ਸ਼ਾਇਦ ਨਾ ਡਿਸਕਨੈਕਟ ਹੋਵੇ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਚਾਵਲਾ ਸਾਹਿਬ ਜੀ। ਸਤਿ ਸ਼੍ਰੀ ਅਕਾਲ। 2 ਮਿੰਟ ਮੈਂ ਵੀ ਕਹਿ ਸਕਦਾ ਕੁਝ? ਕਰੋ ਵੀ ਜੀ ਗੱਲ, ਕੋਈ ਗੱਲ। ਹਾਂਜੀ, ਆਨਲਾਈਨ ਆਉਂਦੀ ਹੈ ਜੀ। ਹਾਂਜੀ ਚਾਵਲਾ ਸਾਹਿਬ, ਤੁਸੀਂ ਹੁਣੇ ਕਿਹਾ ਵੀ ਇੱਧਰ ਸਾਡੇ ਕੈਨੇਡਾ ਕਨੀ ਇੱਕ ਕੱਟਦੇ ਆ, ਇੱਕ ਲਾਉਂਦੇ ਨੇ ਦਰਖਤ ਨਾ। ਮੈਂ ਤੇ ਰੇਲਾਸਨ ਵਾਲੇ ਪਾਸੇ ਰਹਿ ਰਿਹਾ, ਮੇਰੇ ਹੁੰਦੇ ਪਤਾ ਨਹੀਂ ਇੱਥੇ ਕਿੰਨੇ ਕੁ ਦਰਖਤ ਕੱਟੇ ਗਏ। ਇੱਕ ਤਾਂ 407 ਦੇ ਨਾਲ ਦੇਖੋ ਕਿੰਨੇ ਦਰਖਤ ਸੀਗੇ। ਅੱਛਾ, ਹੁਣ ਜਿੰਨੇ ਘਰ ਬਣ ਰਹੇ ਨੇ ਦਰਖਤ ਕੱਟ ਕੇ ਹੀ ਬਣ ਰਹੇ ਨੇ। ਮੈਨੂੰ ਲੱਗਦੇ ਤਾਂ ਕਿਤੇ ਦੇਖ ਨਹੀਂ ਰਿਹਾ। ਨਹੀਂ ਲੱਗਦੇ ਵੀਰੇ ਗੱਲ ਸੁਣ, ਜਦੋਂ ਸਿਟੀ ਇਹਦੀ ਪਲੈਨਿੰਗ ਕਰਦੀ ਆ ਨਾ,
ਉਸ ਏਰੀਏ ਨੂੰ ਡਿਵੈਲਪ ਕਰਨ ਵਾਸਤੇ ਤੁਸੀਂ ਬਕਾਇਦਾ ਸਿਟੀ ਦੇ ਜਾ ਕੇ ਆਫਿਸ ਪਤਾ ਕਰੋ ਕਿ ਉਹਨਾਂ ਨੇ ਉਹਦੇ ਅਲਟਰਨੇਟਿਵ ਵਾਸਤੇ ਕੀ ਕੁਝ ਹੋਰ ਪਹਿਲਾਂ ਸੋਚਿਆ ਜਾਂ ਕੀਤਾ। ਠੀਕ ਹੈ। ਹੁਣ ਜਿਹੜੇ ਵੀਰ ਦੀ ਗੱਲ ਕਰਕੇ ਹਟੇ, ਇੱਕ ਮਿੰਟ ਤੁਸੀਂ ਗੱਲ ਕਰਕੇ ਹਟੇ, ਅਸੀਂ ਵੀ ਛੋਟੇ ਹੁੰਦੇ ਜਦੋਂ ਗੁਰਦੁਆਰਾ ਜਾਂਦੇ ਹੁੰਦੇ ਸੀ, ਆਉਣ ਤੋਂ ਮਤਲਬ 92 ਦੀ ਗੱਲ ਹੀ ਕਰਦੇ ਹਾਂ, ਅੱਜ ਕੱਲ੍ਹ ਦੀਆਂ ਗੱਲਾਂ, ਜਦੋਂ ਇਹਨਾਂ ਦਿਨਾਂ ਦੇ ਵਿੱਚ ਯਾਤਰਾ ਤੇ ਨਿਕਲਦੇ ਹੁੰਦੇ ਸੀ ਤਾਂ ਰੋਡ ਦੇ ਉੱਤੇ ਇੱਧਰ ਵੀ ਤੇ ਉੱਧਰ ਵੀ ਮਤਲਬ ਦਰਖਤ ਹੀ ਦਰਖਤ ਹੁੰਦੇ ਸੀਗੇ। ਹੁਣ ਪਰ ਇੱਥੇ ਫਿਰ ਵੀ ਜਿਹੜਾ ਹੈ ਇਹਨਾਂ ਚੀਜ਼ਾਂ ਦਾ ਬਹੁਤ ਜ਼ਿਆਦਾ ਖਿਆਲ ਰੱਖਿਆ ਜਾਂਦਾ। ਕੱਟੇ ਤੇ ਜਾਂਦੇ, ਘਰ ਬੰਨੇ ਵੀ ਆ, ਘਰ ਕਿਤੇ ਇਹ ਤਾਂ ਨਹੀਂ ਵੀ ਨਹੀਂ ਰੁਕਣੇ, ਘਰ ਤਾਂ ਬੰਨੇ ਹੀ ਬੰਨੇ ਆ, ਪਰ ਉਹਦਾ ਅਲਟਰਨੇਟਿਵ ਸਿਟੀ ਪਹਿਲਾਂ ਉਹਦੀ ਪਲੈਨਿੰਗ ਕਰਕੇ ਹੀ ਕਰਦੀ, ਇਦਾਂ ਨਹੀਂ ਹੁੰਦਾ। ਪਰ ਪਾਪੂਲੇਸ਼ਨ ਦੇ ਹਿਸਾਬ ਨਾਲ ਜਿਵੇਂ ਜਿਵੇਂ ਇੱਥੇ ਪਾਪੂਲੇਸ਼ਨ ਵਧਣੀ ਹੈ, ਮੈਨੂੰ ਲੱਗਦਾ ਇੱਥੇ ਵੀ ਉਹੀ ਹਾਲ ਹੋ ਜਾਣਾ ਇੰਡੀਆ ਵਾਲਾ। ਚਲੋ ਬਹੁਤ ਵੱਡਾ ਕੰਟਰੀ ਆ, ਕ੍ਰਾਈਮ ਦਾ ਹੋ ਰਿਹਾ, ਹੋਰ ਵੀ ਹੋ ਰਿਹਾ, ਇਸ ਚੀਜ਼ ਦਾ ਵੀ ਇਹ ਤਾਂ ਮੈਂ ਸਹਿਮਤ ਹਾਂ, ਪਰ ਚਲੋ ਹੋਪ ਕਿ ਸਭ ਕੁਝ ਠੀਕ ਠਾਕ ਰਹੇ। ਹਾਂਜੀ, ਇੱਥੇ ਨਾ ਕੈਨੇਡਾ ਵਿੱਚ ਆਬਾਦੀ ਘੱਟ ਹੈ, ਜਗ੍ਹਾ ਉਹ ਜ਼ਮੀਨ ਕਾਫੀ ਹੈ। ਕੈਨੇਡਾ ਵਿੱਚ ਅਜੇ ਬਹੁਤ ਟਾਈਮ ਲੱਗੇਗਾ, ਏਦਾਂ ਨਹੀਂ ਹੋਣਾ ਕੈਨੇਡਾ 'ਚ। ਪਰ ਮੈਂ ਇਸ ਚੀਜ਼ ਦਾ ਮੈਨੂੰ ਇੱਥੋਂ ਦੀ ਰੂਲ ਐਂਡ ਰੈਗੂਲੇਸ਼ਨ, ਉੱਥੇ ਵੀ ਰੂਲ ਐਂਡ ਰੈਗੂਲੇਸ਼ਨ ਬਹੁਤ ਸਖਤ ਨੇ, ਪਰ ਉੱਥੇ ਗੱਲ ਇਹ ਆ ਕਿ ਹਰ ਬੰਦਾ ਆਪਣੀ ਉੱਥੇ ਜਿਹੜੀ ਹੈ ਨਾ ਸਿਆਸਤ ਦੀ ਧੌਂਸ ਜਿਹੜਾ ਜਮਾਉਂਦਾ, ਕਰ ਲਾ ਤਾਂ ਕੋਈ ਨਹੀਂ ਵੇਖੀ ਜਾਊਗੀ, ਹੈ ਨਾ। ਪਰ ਇੱਥੇ ਇਹ ਚੀਜ਼ ਨਹੀਂ ਹੈ। ਤੁਸੀਂ ਆਪਣੇ ਘਰ ਦਾ ਵੱਡਾ ਦਰਖਤ ਕੱਟ ਕੇ ਵਿਖਾਓ ਹਸਰੀ ਦੀ ਪਰਮਿਸ਼ਨ ਤੋਂ ਬਗੈਰ, ਕਿੰਨਾ ਜੁਰਮਾਨਾ ਠੁੱਕਦਾ, ਤੇ ਕਈਆਂ ਨੂੰ ਠੁਕੇ ਵੀ ਨੇ। ਘਰ ਦਾ ਠੀਕ ਹੈ ਚਾਵਲਾ ਸਾਹਿਬ, ਇੱਥੇ ਪਟਿਆਲੇ ਵਿੱਚ ਨਾ ਸੁੰਦਰੀਕਰਨ ਦੇ ਨਾਂ ਦੇ ਉੱਪਰ, ਪਟਿਆਲਾ ਸੁੰਦਰੀਕਰਨ ਦੇ ਨਾਂ ਦੇ ਉੱਪਰ ਇੱਥੇ ਸੜਕਾਂ ਦੇ ਉੱਪਰ ਦਰਖਤ ਉੱਗੇ ਹੋਏ ਸੀ, ਬਹੁਤ ਕਮਾਲ। ਸੜਕਾਂ ਦੇ ਵਿਚਾਲੇ ਬਹੁਤ ਜ਼ਿਆਦਾ ਦੂਰ ਬੇਲੀ ਆ, ਉਹ ਉੱਤੇ ਲਾਏ ਹੋਏ ਸੀ ਜੀ, ਤੇ ਸਾਰੇ ਪੱਤੇ ਪੱਥਰ ਲਾਤਾ ਉੱਥੇ, ਪੱਥਰ ਲਾ ਕੇ ਤੇ ਨਰਮ ਲਾਤੇ। ਪਰ ਮੈਂ ਵੀਰ ਜੀ ਦੀ ਗੱਲ ਨਾਲ ਸਹਿਮਤ ਹਾਂ, ਕੱਟ ਰਹੇ ਨੇ ਦਰਖਤ, ਕੱਟ ਰਹੇ ਨੇ, ਪਰ ਨਾਲ ਦੀ ਨਾਲ ਵੀਰ ਜੀ ਇਹ ਗੱਲ ਕਹਿ ਗਏ ਨੇ ਕਿ ਮੈਨੂੰ ਤਾਂ ਕਦੇ ਦਿਖੇ ਨਹੀਂ, ਪਰ ਮੈਨੂੰ ਦਿਖਦੇ ਆ ਭਈ ਨਾਲ ਦੀ ਨਾਲ ਦਰਖਤ ਲੱਗਦੇ ਨੇ। ਵੇਖਣ ਵਾਲੀ ਅੱਖ ਚਾਹੀਦੀ। ਮੈਂ ਰਿਸਪੈਕਟ ਕਰਦਾ ਉਸ ਵੀਰ ਦੀ, ਪਰ ਤੁਸੀਂ ਜਦੋਂ ਕਲੋਨੀਆਂ ਕੱਟਦੇ ਨੇ, ਤੁਸੀਂ ਦੇਖੋ ਸੜਕ ਦੇ ਆਲੇ ਦੁਆਲੇ ਦਰਖਤ ਨਿੱਕੇ ਨਿੱਕੇ ਲੱਗੇ ਹੁੰਦੇ ਆ ਤਾਂ ਵਾਧੇ ਨੇ, ਵੇਖੋ ਤੁਸੀਂ ਧਿਆਨ ਨਾਲ। ਜਦੋਂ ਕਲੋਨੀ ਕੱਟ ਰਹੇ ਨੇ ਉਦੋਂ ਬਾਅਦ ਦਰਖਤ ਬਕਾਇਦਾ ਸਿਟੀ ਲਾਉਂਦੀ ਹੈ, ਹੈਵ ਟੂ ਬਾਏ ਲਾ ਲਾਉਂਦੀ ਹੈ। ਜਦੋਂ ਸਾਡੇ ਇੱਥੇ ਘਰ ਬਣਦੇ ਨੇ ਬਕਾਇਦਾ ਬਾਏ ਲਾ ਦਰਖਤ ਲੱਗਦੇ ਨੇ, ਏਦਾਂ ਹੋ ਹੀ ਨਹੀਂ ਸਕਦਾ। ਬਿਲਡਰ ਏਦਾਂ ਕੱਟ ਹੀ ਨਹੀਂ ਸਕਦਾ, ਉਹ ਉਸ ਹਿਸਾਬ ਨਾਲ ਕੱਟੂਗਾ ਜਿਸ ਹਿਸਾਬ ਦੇ ਨਾਲ ਜ਼ਰੂਰਤ ਹੈ। ਸੋ ਲਾਸਟ ਕਾਲ ਲੈ ਲੈਣੇ, ਫਿਰ ਵਾਈਂਡ ਅਪ ਕਰਦੇ ਹਾਂ। ਹੈਲੋ ਜੀ, ਹਾਂਜੀ ਸਤਿ ਸ਼੍ਰੀ ਅਕਾਲ ਬੇਟਾ ਜੀ, ਸਤਿ ਸ਼੍ਰੀ ਅਕਾਲ ਕੀਤਾ ਜੀ। ਇਹ ਇੱਥੇ ਤਾਂ ਮੈਂ ਇੱਕ ਦਰਖਤ ਮੈਂ ਕਿਹਾ ਮੈਂ ਕਟਾ ਦੇਣਾ ਹੈ, ਵੀ ਮੈਂ ਉਹ ਸਿਟੀ ਨੂੰ ਕਹਿੰਦੇ ਦੱਸਣਾ, ਮੈਂ ਸਿਟੀ ਆਈ ਉਹਨੇ ਲਾਲ ਰੰਗ ਲਾ ਗਿਆ ਕਿ 6 ਮਹੀਨੇ ਕਹਿੰਦੇ ਇਸ ਤਰ੍ਹਾਂ। ਅਸੀਂ ਇੱਥੇ ਸਾਡਾ ਕਹਿਣਾ ਠੀਕ ਹੈ, ਅਸੀਂ ਕੱਟ ਨਹੀਂ ਆਪਣੇ ਆਪ ਸਕਦੇ ਉਸ ਸਿਟੀ ਦੇ ਲਾਅ, ਮਤਲਬ ਕੋਈ ਦਰਖਤ ਅਸੀਂ ਆਪਣੇ ਆਪ। ਅੰਜੂ ਜੀ ਜਿੱਥੇ ਰਹਿੰਦੇ ਨੇ ਨਾ, ਇਹਨਾਂ ਦੇ ਬੈਕਯਾਰਡ ਦੇ ਵਿੱਚ ਪਿਛਲੇ ਪਾਸੇ ਗੁਆਂਢੀਆਂ ਦੇ ਬੜੇ ਵੱਡੇ ਦਰਖਤ ਆ, ਤੇ ਇਹਨਾਂ ਨੇ ਆਪਣਾ ਬੈਕਯਾਰਡ, ਚਲੋ ਹਰ ਬੰਦੇ ਨੂੰ ਸ਼ੌਂਕ ਆ ਕਿ ਮੈਂ ਬਹਿਣਾ ਤੇ ਵਧੀਆ ਬਣਾ ਲਵਾਂ, ਉਹਨਾਂ ਦੇ ਟਰੀ ਦੇ ਜਿਹੜੇ ਟਾਹਣ ਨੇ ਉਹ ਇਹਨਾਂ ਵਾਲੇ ਪਾਸੇ ਆਉਂਦੇ ਨੇ। ਇਹਨਾਂ ਨੇ ਸਿਟੀ ਵਿੱਚ ਜਾ ਕੇ ਤੇ ਐਪਲੀਕੇਸ਼ਨ ਦਿੱਤੀ ਹੈ, ਆਈ ਥਿੰਕ ਇਹ ਮਿਸੀਸਾਗਾ ਸਿਟੀ 'ਚ ਪੈਂਦਾ ਜੀ। ਬਿਲਕੁਲ। ਔਰ ਮੈਂ ਬਾਕੀ ਦੀ ਗੱਲ ਜਿਹੜੀ ਇਹਨਾਂ ਨੂੰ ਕਹੀ ਹੈ ਸਿਟੀ ਨੇ, ਉਹ ਇਹ ਦੱਸ ਦਿੰਦੇ ਤੁਹਾਨੂੰ। ਮੈਂ ਕਿਹਾ ਜੀ, ਮੈਂ ਬੜੇ ਬਹਾਨੇ ਲਗਾਏ, ਮੈਂ ਕਿਹਾ ਕਿ ਉਹਨਾਂ ਪੇੜਾਂ ਤੋਂ ਨਟਸ ਉਤਰਦੇ ਨੇ। ਮੇਰਾ ਇੱਕ ਪੈਟ ਡੌਗ ਹੈਗਾ, ਉਹ ਬੈਕਯਾਰਡ ਦੇ ਵਿੱਚ ਜਾਂਦਾ, ਉਹ ਜ਼ਹਿਰ ਖਾਣ ਵਾਲੇ ਉਸ ਨੂੰ ਕੋਈ ਮਰ ਨਾ ਜਾਏ, ਤੇ ਉਹ ਪੇੜ ਅੱਛੇ ਨਹੀਂ ਹੈਗੇ, ਤੇ ਕਹਿੰਦੇ ਜੀ ਕਿ ਇਹ ਫਿਰ ਤੁਹਾਡੇ ਲਈ ਘਰ ਸਹੀ ਨਹੀਂ ਹੈ, ਤੁਸੀਂ ਘਰ ਚੇਂਜ ਕਰੋ, ਪੇੜ ਨਹੀਂ ਕੱਟਣ ਦੇਵਾਂਗੇ। ਇੰਡੀਆ ਵਿੱਚ ਤਾਂ ਕੀ ਇੰਡੀਆ ਵਿੱਚ ਤਾਂ ਕੋਈ ਪੁੱਛਦਾ, ਉੱਥੇ ਤਾਂ ਦੇਖੋ ਸੜਕਾਂ ਮੰਡੀਆਂ ਹੋ ਗਈਆਂ, ਸੜਕਾਂ ਬਣਾਉਂਦੇ, ਕੋਈ ਦਰਖਤ ਲਾਉਂਦੇ ਹੀ ਨਹੀਂ। ਅੱਗੇ ਨਹੀਂ ਕਿਕਰਾਂ ਹੋਣੀਆਂ। ਮੈਂ ਵੀ ਇੱਥੋਂ ਬੰਗਿਆ ਤੋਂ, ਅਸੀਂ ਖਟਕੜਾ ਤੋਂ ਖਾਲਸਾ ਕਾਲਜ ਸਕੂਲ ਪੜ੍ਹਦੇ ਸੀ, ਤਾਂ ਉੱਥੇ ਸੜਕਾਂ ਦੇ ਵਿੱਚ ਇੰਨੀਆਂ ਠੰਡੀਆਂ ਛਾਵਾਂ, ਦਰਖਤ ਹੋਣੇ। ਗੋਸਲ ਲਾ ਉੱਥੇ ਵੀ ਹੈਗਾ ਵੀ ਤੁਸੀਂ ਦਰਖਤ ਲਾਉਣੇ ਨੇ, ਫੰਡ ਉੱਥੇ ਵੀ ਆਉਂਦੇ ਆ ਵੀ ਤੁਸੀਂ ਦਰਖਤ ਲਾਉਣੇ ਨੇ, ਪਰ ਉਹ ਕਿੱਥੋਂ ਤੱਕ ਫੰਡ ਪਹੁੰਚਦੇ ਨੇ, ਕਿੱਥੋਂ ਤੱਕ ਬੂਟੇ ਲੱਗਦੇ ਨੇ, ਸਾਨੂੰ ਵੀ ਪਤਾ, ਤੁਹਾਨੂੰ ਵੀ ਪਤਾ। ਮਿਹਰਬਾਨੀ। ਮਰ ਜਾਂਦੇ ਕੋਈ ਲੋਕ ਆਪਣੀ ਜੇ ਲਾ ਕੇ ਜਾਂਦੇ, ਨੰਨੀ ਪਰੀ ਜਿਹੜੀ ਕਹਿੰਦੇ ਨੰਨੀ ਛਾਂ ਕਰਦੀ ਆ, ਉਹ ਲਾਏ ਮਗਰੋਂ ਪਹਿਲੇ ਮਰ ਜਾਂਦੇ। ਕੋਈ ਪਾਣੀ ਦਿੰਦਾ। ਥੈਂਕ ਯੂ। ਸਤਿ ਸ਼੍ਰੀ ਅਕਾਲ ਮਿਸ ਗੋਸਲ, ਤੁਸੀਂ ਸੁਹਿਰਦ ਸੱਜਣਾ ਨੇ ਫੋਨ ਕਾਲ ਕੀਤੇ, ਥੈਂਕ ਯੂ ਵੈਰੀ ਮਚ। ਸਮਾਂ ਦੇਣ ਲਈ ਤੁਹਾਡਾ ਧੰਨਵਾਦ। ਕੀ ਦੱਸਾਂ, ਵਾਈਂਡ ਅਪ ਕਰਾਂਗੇ, ਕੀ ਕਹਿਣਾ ਚਾਹੋਗੇ? ਬਸ ਚਲੋ ਜਿਹੜੇ ਜ਼ਰੂਰੀ ਆ, ਭਾਰਤ ਦੇ ਵਿੱਚ ਨਾ ਸਰਕਾਰਾਂ ਨੂੰ ਸੰਭਲਣਾ ਤਾਂ ਪੈਣੀ ਹੈ, ਹਰ ਪੱਖੋਂ ਕਿਸਾਨਾਂ ਨੂੰ ਸੰਭਲਣਾ ਪੈਣਾ। ਇਹ ਝੋਨੇ ਵਰਗੇ ਜਿਹੜੇ ਪੰਜਾਬ ਦਾ ਝੋਨਾ ਵਰਗਾ ਜਿਹੜਾ ਕਿ ਫਸਲ ਹੈਗੀ ਹੈ, ਬੜੀ ਘਟੀਆ ਫਸਲ ਹੈ ਪੰਜਾਬ ਵਾਸਤੇ, ਇਹਨਾਂ ਤੋਂ ਦੂਰ ਜਾਣਾ ਹੀ ਪੈਣਾ, ਆਪਾਂ ਇੱਕ ਨੂੰ ਜਾਣਾ ਹੀ ਪੈਣਾ ਚਾਹੀਦਾ। ਪੰਜਾਬ ਦੇ ਮੁੱਖ ਮੰਤਰੀ ਨੂੰ ਬਿਆਨ ਦੇਣਾ ਚਾਹੀਦਾ ਕਿ ਬਈ ਝੋਨਾ ਨਾ ਬੀਜੋ, ਚੌਲ ਖਾਣ ਦੇ ਨਾਲ ਸ਼ੂਗਰ ਹੁੰਦੀ ਆ।
ਮਿਹਰਬਾਨੀ, ਥੈਂਕ ਯੂ, ਮਿਲਦੇ ਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।